ਖਾਲਸਾ ਏਡ ਦੇ ਸ਼ੈਲਟਰ ਦੇ ਮੂਹਰੇ ਖੜੇ ਆ ਔਰ ਇਹ ਬੋਰਡ ਲੱਗਿਆ ਹੋਇਆ ਹੈ ਕਿਸਾਨਾਂ ਦੇ ਲਈ। ਇਹ ਸਪੈਸ਼ਲ ਬਣਾਇਆ ਗਿਆ ਸੀਗਾ ਔਰ ਕਿਸਾਨ ਇੱਥੇ ਰਾਤ ਰੁਕਦੇ ਸੀਗੇ, ਦਿਨੇ ਆਉਂਦੇ ਸੀਗੇ। ਸਾਰਾ ਬੰਦੋਬਸਤ ਕੀਤਾ ਗਿਆ ਸੀਗਾ, ਚਾਹੇ ਬਾਰਿਸ਼ ਹੁੰਦੀ ਸੀਗੀ, ਚਾਹੇ ਕੋਈ ਵੀ ਦਿੱਕਤ ਹੁੰਦੀ ਸੀਗੀ ਤਾਂ ਕਿਸਾਨ ਇੱਥੇ ਹੀ ਰੁਕਦੇ ਸੀਗੇ। ਪੰਜਾਬ ਤੋਂ ਆਉਣ ਵਾਲੇ ਵੀ, ਹਰਿਆਣੇ ਤੋਂ ਵੀ, ਯੂਪੀ ਤੋਂ, ਕਿਸੇ ਵੀ ਥਾਂ ਤੋਂ ਕਿਸਾਨ ਆਉਂਦੇ ਸੀਗੇ ਤੇ ਇਸੇ ਹੀ ਸ਼ੈਲਟਰ ਦੇ ਵਿੱਚ ਰੁਕਦੇ ਸੀਗੇ। ਇਹ ਸ਼ੈਲਟਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਸੋ ਇਹ ਉਹ ਪਲੇਸ ਹੈਗੀ, ਜਗ੍ਹਾ ਹੈਗੀ ਆ ਜਿੱਥੇ ਆ ਕੇ ਕਿਸਾਨ ਕੁਝ ਲੈਂਦੇ ਸੀਗੇ। ਸੋ ਇਹ ਕਿਸਾਨ ਵੀ ਲੈਣ ਆਏ ਹੋਏ ਨੇ। ਕੀ ਲੈਣ ਆਏ ਸੀਗੇ ਤੁਸੀਂ ਇੱਥੇ ਖਾਲਸਾ? ਸਾਬਣ ਤੇਲ ਜੀ ਨਹਾਉਣ ਵਾਸਤੇ ਲੈ ਕੇ ਆਇਆ। ਟਰਾਲੀਆਂ ਤੇ ਗੱਡੀਆਂ ਭੇਜ ਦਿੱਤੀਆਂ ਨੇ, ਹੁਣ ਕੱਲ ਨੂੰ ਫੇਰ ਆਉਣਗੀਆਂ ਤੇ ਫੇਰ ਅਸੀਂ ਵਾਪਸ ਇੱਥੋਂ ਜਾਵਾਂਗੇ। ਖੁਸ਼ੀ ਖੁਸ਼ੀ ਹੁੰਦੇ ਜਾਵਾਂਗੇ ਅਸੀਂ ਬਸ। ਖਾਲਸਾ ਏਡ ਦੀ ਗੱਲ ਕਰਦੇ ਆ ਤਾਂ ਫਿਰ ਤੁਹਾਡਾ ਵਧੀਆ ਸਰਦਾ ਗਿਆ ਹੈ? ਪੂਰਾ ਸਾਥ ਦਿੱਤਾ ਸਾਡਾ, ਕਿਸੇ ਗੱਲ ਦੀ ਇਹਨਾਂ ਨੇ ਕਮੀ ਨਹੀਂ ਆਉਣ ਦਿੱਤੀ। ਬਹੁਤ ਸਪੋਰਟ ਕੀਤੀ ਆ ਅੰਦੋਲਨ ਨੂੰ। ਹਾਂ ਪੂਰੀ ਕੀਤੀ ਆ ਕਿ ਪੂਰੀ ਸਪੋਰਟ ਇਹਨਾਂ ਨੇ ਦਿੱਤੀ ਆ। ਇਹਨਾਂ ਦੇ ਮੇਨ ਬੰਦੇ ਦੇ ਉੱਤੇ ਤੇ ਪਰਚਾ ਹੀ ਹੋ ਜਾਣਾ ਸੀ ਭਾਈ ਚਾਹੇ ਨਾ ਉੱਧਰ ਜਾਂਦੀ। ਮੇਨ ਬੰਦੇ ਤੇ ਕਿਹਦੀ ਗੱਲ ਕਰਦੇ ਹੋ? ਸਰਸੇ ਸਿੰਘ। ਸਰਸਾ ਜਿਹੜਾ ਉਹਦਾ ਰਵੀ ਸਿੰਘ ਖਾਲਸਾ। ਰਵੀ ਖਾਲਸਾ ਜਿਹੜਾ ਮੇਨ ਬੰਦਾ ਸੀ ਜਿਹੜਾ। ਸੋ ਇੱਥੇ ਮੌਜੂਦ ਨੇ, ਤੁਸੀਂ ਇੱਥੇ ਸਾਰਾ ਦਿਨ ਸੰਭਾਲਦੇ ਹੋ? ਕਿਸਾਨ ਆਉਂਦੇ ਨੇ ਸਾਰਾ ਦਿਨ? ਜੋ ਰਿਕੁਆਇਰਮੈਂਟ ਆਉਂਦੀਆਂ ਨੇ ਉਹ ਅਸੀਂ ਦਿੰਦੇ ਆ। ਕੋਈ ਤੇਲ ਮੰਗਣਾ ਆਉਂਦਾ, ਕਸ਼ੇਰੇ, ਕੋਈ ਬਨਿਆਨ, ਜਿਹਦੀ ਰਿਕੁਆਇਰਮੈਂਟ ਹੁੰਦੀ ਉਹ ਅਸੀਂ ਦਿੰਦੇ ਆ। ਕੀ ਨਾਮ ਕੀ ਹੈ ਤੁਹਾਡਾ? ਦਲੀਪ ਸਿੰਘ ਨਾਮ ਹੈ ਮੇਰਾ ਜੀ। ਵਲੰਟੀਅਰ? ਹਾਂਜੀ ਵਲੰਟੀਅਰ ਹਾਂ। ਔਰ ਹੁਣ ਸਮਾਪਤੀ ਹੋ ਜਾਣੀ ਹੈ। ਹਾਂਜੀ ਬੈਠੇ ਆ ਅਜੇ ਤੇ ਅਜੇ ਸਾਨੂੰ ਲੱਗਣਗੇ ਟਾਈਮ, 15 ਦਿਨ ਲੱਗਣਗੇ ਅਜੇ ਤੇ ਸਾਡਾ ਟਾਈਮ ਬਹੁਤ ਲੱਗਣਾ ਇੱਥੇ। ਔਰ ਕਿੱਦਾਂ ਇਹ ਸਾਰਾ ਜਿਹੜਾ ਆ ਸ਼ੈਲਟਰ ਜਿਹੜਾ, ਕਿੰਨੇ ਕੁ ਬੈੱਡ ਨੇ ਸਾਰਾ ਇੱਥੇ? ਬੈੱਡ ਪਹਿਲਾਂ ਤਾਂ ਕਾਫੀ ਸੀਗੇ, 400 ਬੈੱਡ ਦਾ ਸੀਗਾ। ਹੁਣ ਵੀ ਹੈ ਸਾਡੇ ਕੋਲ 200 ਦੀ ਕੈਪੈਸਿਟੀ ਹੈ ਅਜੇ ਵੀ। ਜਿਵੇਂ ਹੁਣ ਸਾਰੇ ਟਰਾਲੀਆਂ ਜਾ ਰਹੀਆਂ ਨੇ, ਲੋਕਾਂ ਲੰਗਰ ਵਾਲੇ ਹੈਗੇ ਨੇ, ਉਹਨਾਂ ਸ਼ੈਡ ਉਤਾਰਨੇ ਨੇ, ਸ਼ੈੱਡ ਉਤਾਰਨੇ ਨੇ, ਉਹਨਾਂ ਨੂੰ ਜਗ੍ਹਾ ਹੈ ਨਹੀਂ ਤੇ ਇੱਥੇ ਆ ਕੇ ਪੈਣਗੀਆਂ। ਪਹਿਲੇ ਅੱਜ ਇਹ ਤੁਸੀਂ ਪਹਿਲਾਂ ਹੀ ਪ੍ਰਬੰਧ ਕਰ ਲਿਆ ਹੈ ਵੀ ਇੱਥੇ ਉਹਨਾਂ ਨੇ ਆਉਣਾ ਹੈ ਤਾਂ ਅਸੀਂ ਪ੍ਰਬੰਧ ਹੈ। ਅਸੀਂ ਕਰਕੇ ਅਸੀਂ ਆਪਣਾ ਜਲਦਬਾਜ਼ੀ ਨਹੀਂ ਕਰ ਰਹੇ, ਅਸੀਂ ਥੋੜਾ ਟਾਈਮ ਲਾ ਕੇ ਮਗਰ ਜਾਵਾਂਗੇ। ਖਾਲਸਾ ਏਡ ਨੇ ਇਹ ਪਹਿਲਾਂ ਹੀ ਸੋਚ ਲਿਆ ਹੈ ਕਿ ਕਿਸਾਨ ਜਾਣਗੇ ਉਸ ਤੋਂ ਬਾਅਦ ਜਾਵਾਂਗੇ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ। ਸੋ ਬੜੀ ਖੂਬਸੂਰਤ ਗੱਲ ਹੈ ਕਿ ਖਾਲਸਾ ਏਡ ਮਗਰੋਂ ਜਾਵੇਗਾ, ਕਿਸਾਨ ਸਾਰੇ ਚਲੇ ਜਾਣਗੇ। ਉਹ ਆਪਣੇ ਸ਼ੈੱਡ, ਆਪਣੀਆਂ ਛੰਨਾਂ, ਸਾਰਾ ਕੁਝ ਉਤਾਰ ਕੇ ਲੈ ਜਾਣਗੇ ਔਰ ਰਾਤ ਕੱਟਣ ਨੂੰ ਜਿਸ ਕਿਸੇ ਨੂੰ ਵੀ ਕਿਸਾਨ ਨੂੰ ਜ਼ਰੂਰਤ ਹੋਊਗੀ ਉਹ ਇੱਥੇ ਹੀ ਆ ਕੇ ਜਿਹੜਾ ਉਹ ਰਾਤ ਗੁਜ਼ਾਰ ਸਕਦਾ ਹੈ। ਸੋ ਕਿੰਨੇ ਕੁ ਕਿਸਾਨ ਜਾ ਚੁੱਕੇ ਨੇ ਜਾਂ ਸਵੇਰੇ ਜਾਣ ਦੀ ਤਿਆਰੀ ਹੈ? ਨਹੀਂ ਅਜੇ ਤੇ ਸ਼ੁਰੂ ਹੋਇਆ ਜਾਣਕਾਰੀ ਤੇ ਅੱਜ ਤਕਰੀਬਨ ਅੱਧਿਓਂ ਜ਼ਿਆਦਾ ਚਲੇ ਜਾਣਗੇ। ਔਰ ਦਿਲ ਕਰਦਾ ਹੁਣ ਜਾਣ ਨੂੰ? ਹੁਣ ਤੇ ਖੁਸ਼ ਹੋ ਪੂਰੇ ਦਿਲ ਨੂੰ, ਹੁਣ ਤੇ ਖੁਸ਼ੀ ਆ। ਹੁਣ ਵੀ ਨਹੀਂ ਜਾਏਗਾ, ਹੋਰ ਕਬ ਜਾਏਗਾ। ਪੂਰੀ ਖੁਸ਼ੀ ਹੈ? ਪੂਰੀ ਖੁਸ਼ੀ ਆ ਹੁਣ ਬਸ। ਹੁਣ ਇੱਕੋ ਹੀ ਆ ਵੀ ਜਿਹੜਾ ਇਹਨਾਂ ਨੇ ਕਾਨੂੰਨ ਕੱਢਿਆ ਸੀ ਨਾ ਵੀ ਮਾਲ ਜਿੱਥੇ ਕੋਈ ਜਾ ਕੇ ਵੇਚੇ ਆਪਣੇ, ਇਹ ਨਹੀਂ ਚਾਹੀਦਾ ਕਾਨੂੰਨ। ਬਾਕੀ ਹੋਰ ਜਿਸ ਤਰ੍ਹਾਂ ਉਹਨਾਂ ਦੀ ਮਰਜ਼ੀ, ਉਹਨਾਂ ਦੇ ਕਰਨੇ ਤੇ ਹੈਗਾ ਹੀ ਆ। ਜਿਹੜਾ ਮਾਲ ਵੇਚਣਾ ਵਾ ਜਿੱਥੇ ਮਰਜ਼ੀ ਜਾ ਕੇ ਵੇਚੇ, ਇਹ ਨਹੀਂ ਮਨਜ਼ੂਰ ਕਿਸੇ ਨੂੰ। ਕਿ ਉਹ ਛੋਟਾ ਕਿਸਾਨ ਜਿਹੜਾ ਕਹਿੰਦੇ ਨੇ ਲਾ ਕੇ ਉਹਦੇ ਨਾਲ ਵੇਚ ਲਓ, ਉਹਦੇ ਵੇਚ ਲਓ। ਅੱਜ ਤੱਕ ਤੇ ਪਿਓ ਪੁੱਤ ਨੂੰ ਨਹੀਂ ਸੰਭਾਲਦਾ, ਮਾਂ ਕਿਸੇ ਨੂੰ ਨਹੀਂ ਸੰਭਾਲਦੀ, ਤੇ ਜ਼ਿਮੀਂਦਾਰ ਕਿੱਥੇ ਰਲ ਕੇ ਮਾਲ ਲੈ ਜਾਏਗਾ। ਸੋ ਅਸੀਂ ਇੱਕ ਹੋਰ ਬੜੀ ਖੂਬਸੂਰਤ ਇੱਥੇ ਗੱਲ ਸੁਣੀ ਹੈਗੀ ਹੈ ਕਿ ਤੁਹਾਨੂੰ ਇੱਥੋਂ ਲਾਗੇ ਬੰਨੇ ਤੋਂ ਕਾਰਡਸ ਵਗੈਰਾ ਵੀ ਆਉਂਦੇ ਨੇ। ਤੁਹਾਨੂੰ ਕਾਰਡਸ ਵਗੈਰਾ ਵੀ ਆਉਂਦੇ ਨੇ ਇੱਥੋਂ ਕੋਲ ਤੋਂ? ਹਾਂਜੀ ਹਾਂਜੀ ਪੜੋਸ ਵਿੱਚ ਜਿਵੇਂ ਹੈ, ਸਾਲ ਤੋਂ ਉੱਤੇ ਹੋ ਗਿਆ ਇੱਥੇ ਤੇ ਪੜੋਸੀ ਜਿਵੇਂ ਹੁਣ ਕਾਰਡ ਵੀ ਦੇ ਕੇ ਗਏ ਨੇ ਸਾਨੂੰ ਕਿ ਵਿਆਹ ਦਾ। ਸੋ ਇੱਥੇ ਖਾਲਸਾ ਏਡ ਦੇ ਜਿਹੜੇ ਹੋਰ ਵਲੰਟੀਅਰਸ ਉਹਨਾਂ ਨਾਲ ਵੀ ਗੱਲ ਕਰਦੇ ਆ। ਹੁਣ ਲਗਭਗ ਤਿਆਰੀਆਂ ਜਿਹੜੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਨੇ ਔਰ ਤੁਹਾਡਾ ਕਿੰਨਾ ਕੁ ਪਿਆਰ ਇੱਥੇ ਜਿਹੜਾ ਕਿਸਾਨਾਂ ਨਾਲ ਆਸ-ਪਾਸ ਜਿਹੜਾ ਪਿਆ ਹੋਇਆ ਹੈ? ਕਿਉਂਕਿ ਅਸੀਂ ਲਾਗੇ ਬੰਨੇ ਹੋਰ ਵੀ ਕਿਸਾਨਾਂ ਨੂੰ ਜਾ ਕੇ ਪੁੱਛਦੇ ਆ ਤਾਂ ਲਾਗੇ ਬੰਨੇ ਵਾਲੇ ਕਹਿੰਦੇ ਨੇ ਕਿ ਹੁਣ ਸਾਡਾ ਦਿਲ ਨੂੰ ਕੁਝ ਹੁੰਦਾ ਹੈ ਵੀ ਜਦੋਂ ਕਿਸਾਨਾਂ ਨੇ ਚਲੇ ਜਾਣਾ ਹੈ। ਜੀ ਲੋਕਲ ਜਿਹੜਾ ਇੱਥੇ ਪਬਲਿਕ ਹੈਗੀ ਆ, ਸ਼ੁਰੂ ਤੋਂ ਹੀ ਜਿਸ ਦਿਨ ਤੋਂ ਅਸੀਂ ਆਏ ਆ ਸਾਨੂੰ ਬੜਾ ਸਪੋਰਟ ਮਿਲਿਆ ਇਹਨਾਂ ਤੋਂ। ਭਾਵੇਂ ਸਾਨੂੰ ਸਿਲੰਡਰ ਚਾਹੀਦਾ ਸੀਗਾ ਸ਼ੁਰੂ ਵਿੱਚ, ਜਾਂ ਪਾਣੀ ਚਾਹੀਦਾ ਸੀਗਾ, ਕੋਈ ਵੀ ਚੀਜ਼ ਲੋੜ ਸੀਗੀ, ਇਹਨਾਂ ਨੇ ਸਾਨੂੰ ਸਭ ਕੁਝ ਨਾਲ ਦੇ ਨਾਲ ਸਾਨੂੰ ਤਿਆਰ ਕਰਾ ਕੇ ਦਿੱਤਾ। ਨਹੀਂ ਵੀ ਸੀਗਾ, ਇਹਨਾਂ ਨੇ ਦੱਸਿਆ ਕਿ ਫਲਾਣੀ ਜਗ੍ਹਾ ਤੋਂ ਤੁਹਾਨੂੰ ਮਿਲ ਜਾਏਗਾ। ਹੁਣ ਅਸੀਂ ਜਦੋਂ ਤੁਰਨ ਲੱਗੇ ਹਾਂ ਤੇ 10 ਦਿਨ ਪਹਿਲਾਂ ਸਾਨੂੰ ਇੱਕ ਵਿਆਹ ਦਾ ਕਾਰਡ ਵੀ ਦੇ ਗਏ ਨੇ, ਜਿਹੜੇ ਕਿ ਲੋਕਲ ਬੰਦੇ ਹੈਗੇ ਨੇ। ਇਹ ਵਿਆਹ ਦਾ ਕਾਰਡ ਦੇ ਗਏ ਨੇ, ਕਹਿੰਦੇ ਜੀ ਤੁਸੀਂ ਸਾਰਿਆਂ ਨੇ ਦਰਸ਼ਨ ਦੇਣੇ ਨੇ। ਦੇਖੋ ਇਹ ਵੀ ਪਿਆਰ ਹੈ ਜਿਹੜਾ ਇੱਥੇ ਬਹਿ ਕੇ ਅਸੀਂ ਇਹਨਾਂ ਲੋਕਲ ਪਬਲਿਕ ਵਾਲਿਆਂ ਨਾਲ ਪਾ ਲਿਆ ਜੀ। ਦਿਖਾਇਆ ਜਾਵੇ ਇਹ ਕਾਰਡ ਇੱਥੋਂ ਆਇਆ ਹੋਇਆ ਇਹਨਾਂ ਨੂੰ 11 ਦਸੰਬਰ ਇਹਦੇ ਤੇ ਲਿਖੀ ਹੋਈ ਹੈ। 11 ਦਸੰਬਰ ਨੂੰ ਬੁਲਾਇਆ ਹੋਇਆ, 12 ਦਸੰਬਰ ਨੂੰ ਵੀ ਵਿਆਹ ਹੈਗਾ ਆ। ਸੋ ਜਾ ਰਹੇ ਹੋ ਫਿਰ 12 ਤਰੀਕ ਨੂੰ? ਦੇਖੋ ਜੀ ਮਹਾਰਾਜ ਕਿਰਪਾ ਕਰਨ, ਕੋਸ਼ਿਸ਼ ਕਰਾਂਗੇ ਜ਼ਰੂਰ। ਇਹਨਾਂ ਪਿਆਰ ਨਾਲ ਕਿਸੇ ਨੇ ਬੁਲਾਇਆ ਤੇ ਕੋਸ਼ਿਸ਼ ਕਰਾਂਗੇ ਜੀ।
ਔਰ ਖਾਸ ਗੱਲ ਖਾਲਸਾ ਏਡ ਇੱਥੇ ਲਿਖਿਆ ਹੋਇਆ ਹੈ, ਇਹ ਗੁਰਦੁਆਰਾ ਜ਼ਰੂਰ ਦਿਖਾਓ। ਜਿਹੜਾ ਕਾਰਡ ਹੈ ਖਾਲਸਾ ਏਡ ਨੂੰ ਆਇਆ, ਪੂਰੀ ਖਾਲਸਾ ਏਡ ਨੂੰ, ਔਰ ਸਾਰੇ ਦੇ ਸਾਰੇ ਵਲੰਟੀਅਰਸ ਨੂੰ ਸੱਦਿਆ ਗਿਆ। ਬਿਲਕੁਲ ਜੀ ਬਿਲਕੁਲ, ਸਾਰੇ ਵੋਲੰਟੀਅਰਸ ਨੂੰ ਹੈ, ਕਿਸੇ ਪਾਰਟਿਕੂਲਰ ਇੱਕ ਬੰਦੇ ਨੂੰ ਨਹੀਂ ਹੈ, ਪੂਰੀ ਦੀ ਪੂਰੀ ਟੀਮ ਨੂੰ ਬੁਲਾਇਆ ਇਹਨਾਂ ਨੇ। ਸੋ ਕਾਫੀ ਸਾਂਝ ਜਿਹੜੀ ਤੁਹਾਡੀ ਬਣ ਚੁੱਕੀ ਹੈ ਕਿ ਤੁਹਾਨੂੰ ਵਿਆਹ ਸ਼ਾਦੀਆਂ ਤੇ, ਕਿਉਂਕਿ ਰਿਸ਼ਤੇਦਾਰੀ 'ਚ ਹੀ ਬੁਲਾਇਆ ਜਾਂਦਾ ਹੈ ਕਿ ਜਾਂ ਬਹੁਤੀ ਸਾਂਝ ਹੋਵੇ ਫਿਰ ਬੁਲਾਇਆ ਜਾਂਦਾ ਹੈ। ਔਰ ਹੁਣ ਜਦੋਂ ਤੁਸੀਂ ਛੱਡ ਕੇ ਜਾਓਗੇ ਇੱਥੋਂ, ਫਿਰ ਕਿੱਦਾਂ ਦਾ ਮਹਿਸੂਸ ਕਰੋਗੇ? ਕਿਉਂਕਿ ਤੁਸੀਂ ਇੱਥੇ ਬੜਾ ਦਿਨ ਰਾਤ ਸੇਵਾ ਵੀ ਕਰਦੇ ਹੋ, ਇੱਥੇ ਕਿਸਾਨ ਵੀ ਆਉਂਦੇ ਨੇ, ਫਿਰ ਜਿਹੜਾ ਇੱਕ ਆਪਣਾਪਨ ਜਿਹਾ ਤੁਹਾਡਾ ਬਣ ਚੁੱਕਿਆ ਸੀ, ਇੱਕ ਸਰਕਲ ਬਣ ਚੁੱਕਿਆ ਸੀ, ਇੱਕ ਭਾਈਚਾਰਾ। ਕਿਸਾਨ ਹੁਣ ਜਿਹੜੇ ਰੋਜ਼ ਇੱਥੇ ਆਉਂਦੇ ਸੀਗੇ ਜਾਂ ਭਾਵੇਂ ਲੋਕਲ ਸੰਗਤ ਹੋਏ ਇੱਥੇ, ਸਾਡਾ ਸਾਰਿਆਂ ਨਾਲ ਮਤਲਬ ਇੰਨਾ ਕੁ ਪਿਆਰ ਬਣ ਗਿਆ ਹੁਣ, ਫੋਨ ਨੰਬਰ ਇੱਕ ਦੂਜੇ ਦੇ ਹੈਗੇ ਨੇ, ਐਟਲੀਸਟ ਲੱਗਦਾ ਕਿ ਬਾਅਦ ਵਿੱਚ ਜਾ ਕੇ ਇੱਕ ਰਿਲੇਸ਼ਨਸ਼ਿਪ ਤੇ ਸਾਡਾ ਰਹੇਗਾ ਹੀ ਆਪਸ ਵਿੱਚ, ਜਿਹੜਾ ਮਹਾਰਾਜ ਕਿਰਪਾ ਕਰਨ ਤੇ ਅੱਗੇ। ਹਾਂਜੀ ਬਿਲਕੁਲ। ਸੋ ਬੜੀ ਖੂਬਸੂਰਤ ਜਿਹੜੀ ਮਿਸਾਲ ਸੀਗੀ ਖਾਲਸਾ ਏਡ ਨੇ ਇੱਥੇ ਵੀ ਪੇਸ਼ ਕੀਤੀ ਹੈ, ਜਿੱਥੇ ਕਿਤੇ ਹੋਰਨਾਂ ਜਗ੍ਹਾ ਤੇ ਵੀ ਪਹੁੰਚ ਕੇ ਉਹ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਔਰ ਇੱਥੇ ਵੀ ਜਦੋਂ ਪੰਜਾਬ ਹਰਿਆਣਾ ਸਾਰਾ ਆਪਣੇ ਹੱਕਾਂ ਲਈ ਆਇਆ ਤਾਂ ਫਿਰ ਖਾਲਸਾ ਏਡ ਵੀ ਨਾਲ ਦੀ ਨਾਲ ਆ ਗਈ। ਬਿਲਕੁਲ ਜੀ, ਖਾਲਸਾ ਏਡ ਦਾ ਜਿਹੜਾ ਇੱਕ ਮੋਟਿਵ ਹੈਗਾ ਮਨੁੱਖਤਾ ਦੀ ਸੇਵਾ, ਉਹ ਅਸੀਂ ਲੈ ਕੇ ਚੱਲਦੇ ਹਾਂ ਹਰ ਵਾਰੀ, ਤੇ ਇਸ ਐਤਕੀ ਵੀ ਲੈ ਕੇ ਚੱਲੇ ਹਾਂ। ਮਹਾਰਾਜ ਨੇ ਫਿਰ ਕਿਰਪਾ ਕੀਤੀ ਹੈ ਤੇ ਪਿਆਰ ਸਾਨੂੰ ਹੋਰ ਸੰਗਤਾਂ ਦਾ ਬਖਸ਼ਿਆ। ਮਹਾਰਾਜ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹਿਣ ਸੰਗਤਾਂ ਦਾ। ਥੈਂਕ ਯੂ ਜੀ। ਅਸੀਂ ਬੈਠੇ ਹੋਏ ਹਾਂ ਖਾਲਸਾ ਏਡ ਤੇ ਆਖਰੀ ਦਿਨ ਅਸੀਂ ਕਹਿ ਸਕਦੇ ਹਾਂ, ਕਿਉਂਕਿ ਸਵੇਰੇ ਰਵਾਨਗੀ ਹੈ। ਅੱਜ ਦਾ ਦਿਨ ਹੀ ਹੈ ਜਦੋਂ ਕਿਸਾਨਾਂ ਦੀ ਸੇਵਾ ਦੇ ਵਿੱਚ 1 ਸਾਲ ਤੋਂ ਖਾਲਸਾ ਏਡ ਲੱਗੀ ਹੋਈ, ਔਰ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਬੈਠੀਆਂ ਹੋਈਆਂ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਜਾਣਦੇ ਹਾਂ 1 ਸਾਲ ਦੇ ਦੌਰਾਨ ਕੀ ਕੀ ਹੋਇਆ ਔਰ ਕੀ ਕੀ ਇੱਥੇ ਗੁਜ਼ਰਿਆ। ਸੋ ਅਮਨਵੀਰ ਸਿੰਘ ਜੀ, ਤੁਸੀਂ ਇੱਥੇ 1 ਸਾਲ ਲਗਾਤਾਰ ਰਹੇ ਹੋ, ਔਰ 1 ਸਾਲ ਦੇ ਦੌਰਾਨ ਬੜੀਆਂ ਸੇਵਾਵਾਂ ਖਾਲਸਾ ਏਡ ਨੇ ਕੀਤੀਆਂ ਨੇ। ਸ਼ੈਲਟਰ ਵੀ ਬਣਾਇਆ ਹੋਇਆ ਹੈ, ਨਹਾਉਣ ਦਾ ਪ੍ਰਬੰਧ ਵੀ ਕੀਤਾ ਸੀਗਾ, ਖਾਣ ਪੀਣ ਦੀ ਹਰ ਇੱਕ ਚੀਜ਼ ਜਿਹੜੀ ਸੀਗੀ ਉਹ ਵੀ ਮੁਹੱਈਆ ਕਰਵਾਈ ਜਾਂਦੀ ਸੀਗੀ, ਫਰੂਟਸ ਵਗੈਰਾ ਹਮੇਸ਼ਾ ਜਿਹੜਾ ਸਟਾਲ ਉਹ ਲੱਗਿਆ ਰਹਿੰਦਾ ਸੀਗਾ। ਬਹੁਤ ਕੁਝ ਅਸੀਂ ਦੇਖਿਆ ਹੈ, ਹਰ ਸਮਾਨ ਜਿਹੜਾ ਲੋੜੀਂਦਾ ਹੁੰਦਾ ਸੀਗਾ ਉਹ ਖੜਦੇ ਸੀਗੇ। 1 ਸਾਲ ਨੂੰ ਕਿੱਦਾਂ ਦੇਖਦੇ ਹੋ ਪੂਰੇ ਅੰਦੋਲਨ ਦੇ ਦੌਰਾਨ? ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਮੈਂ ਗੱਲ ਕਰਾਂ ਕਿ ਅਸੀਂ ਇਕੱਲੇ 1 ਸਾਲ ਰਹੇ ਜਾਂ ਕਿੰਨਾ ਕੁ ਟਾਈਮ ਇੱਥੇ ਗੁਜ਼ਾਰਿਆ, ਉਹ ਨਹੀਂ ਹੈ, ਬਟ ਇਸ ਦੇ ਅੰਦੋਲਨ ਦੇ ਵਿਚਕਾਰ ਇਕੱਲੇ ਜੀ ਦਾ ਜਿਨ੍ਹਾਂ ਨੇ ਜਿੰਦ ਜਾਨ ਲਾ ਕੇ ਇਹ ਅੰਦੋਲਨ ਨੂੰ ਕਾਮਯਾਬ ਕੀਤਾ, ਉਹਨਾਂ ਸਾਰਿਆਂ ਨੂੰ ਸਲੂਟ ਕਰਨਾ ਬਣਦਾ। ਸਾਡੇ ਬਜ਼ੁਰਗ, ਸਾਡੇ ਹੋਰ ਛੋਟੇ ਭਰਾ, ਸਾਡੇ ਵੱਡੇ ਭਰਾ, ਸਾਡੇ ਯੂਥ ਦੇ ਆਈਕਨ ਨੇ ਜਿਹੜੇ, ਜਿਨ੍ਹਾਂ ਨੇ ਮਤਲਬ ਪਿੰਡਾਂ 'ਚੋਂ ਬੱਸਾਂ ਭਰ ਕੇ, ਜਦੋਂ ਅੰਦੋਲਨ ਮਤਲਬ ਸਟਾਰਟਿੰਗ ਸਟੇਜਿਸ ਦੇ ਵਿਚਕਾਰ ਸੀਗਾ, ਪਤਾ ਹੀ ਨਹੀਂ ਸੀ ਇਸ ਲੈਵਲ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ, ਉਦੋਂ ਤੋਂ ਵਿਦਆਊਟ ਐਨੀ ਏਜੰਡਾ, ਵਿਦਆਊਟ ਐਨੀ ਹਿਡਨ ਏਜੰਡਾ ਜਿਹੜੇ ਕੰਮ ਕਰ ਰਹੇ ਨੇ, ਇਹ ਉਹਨਾਂ ਨੂੰ ਸਲੂਟ ਹੈ। ਉਹਨਾਂ ਦੀ ਕਾਮਯਾਬੀ ਹੈ, ਇਕੱਲੀ ਖਾਲਸਾ ਏਡ ਦੀ ਨਹੀਂ। ਅਗਰ ਸਰਵਿਸਿਜ਼ ਦੀ ਗੱਲ ਕਰੀਏ, ਸੇਵਾਵਾਂ ਦੀ ਗੱਲ ਕਰੀਏ, ਤਾਂ ਜੋ ਸਾਡਾ ਹਮੇਸ਼ਾ ਪਾਸ ਦੇ ਵਿਚਕਾਰ ਹਿਸਟਰੀ 'ਚ ਰਿਹਾ, ਕਿਤੇ ਵੀ ਕੋਈ ਇੱਦਾਂ ਦੀ ਮੋਰਚੇ ਲੱਗੇ ਨੇ, ਕੋਈ ਸੰਘਰਸ਼ ਹੋਇਆ, ਕਿਤੇ ਕੋਈ ਪ੍ਰੋਟੈਸਟ ਚੱਲ ਰਹੇ ਨੇ, ਕੋਈ ਕੁਦਰਤੀ ਆਫਤ ਆਈ ਹੈ, ਨੈਚੁਰਲ ਕਲੈਮਿਟੀ ਹੋਈ ਹੈ, ਤਾਂ ਉੱਥੇ ਜਾ ਕੇ ਅਸੀਂ ਆਪਣੀਆਂ ਸੇਵਾਵਾਂ ਦੇ ਕੈਂਪਸ ਆਰਗੇਨਾਈਜ਼ ਕੀਤੇ ਨੇ। ਇੰਨਾ ਲੰਬਾ ਸਮਾਂ ਵੀ ਕੀਤੇ ਨੇ ਕਿਤੇ? ਨਹੀਂ, ਇੰਨਾ ਲੰਬਾ ਸਮਾਂ ਸਾਡੇ ਲਈ ਬਹੁਤ ਇੱਕ ਇਮੋਸ਼ਨਲ ਅਟੈਚਮੈਂਟ ਸੀਗੀ ਇਸ ਚੀਜ਼ ਦੇ ਨਾਲ, ਕਿਉਂਕਿ ਸਾਰੀ ਸਾਡੀ ਕਮਿਊਨਿਟੀ ਇਸ ਚੀਜ਼ ਦੇ ਵਿੱਚ ਘਰ ਇਨਵੋਲਵ ਸੀਗੀ। ਔਰ ਸਭ ਤੋਂ ਵੱਡੀ ਗੱਲ ਕਿ ਇਹ ਮੋਰਚਾ ਸਾਡੇ ਸਿੱਖੀ ਸਿਧਾਂਤਾਂ ਦੇ ਨਾਲ ਜੁੜਿਆ ਹੋਇਆ ਸੀਗਾ। ਕਈ ਵਾਰ ਲੋਕ ਇਸ ਚੀਜ਼ ਦੇ ਉੱਤੋਂ ਨਾਰਾਜ਼ ਵੀ ਹੁੰਦੇ ਨੇ ਕਿ ਕਿਉਂ ਸਿੱਖੀ ਦੇ ਨਾਲ ਤੁਸੀਂ ਇਸ ਨੂੰ ਇਨਵੋਲਵ ਕਰਦੇ ਹੋ, ਬਟ ਜਿਹੜਾ ਇਹ ਸਿਧਾਂਤ ਸ਼ਹੀਦੀਆਂ ਦਾ ਸਿਧਾਂਤ ਹੈ, ਜਿਹੜਾ ਇਹ ਸਾਡੀ ਕੌਮ ਨੂੰ ਮਹਾਰਾਜ ਨੇ ਬਖਸ਼ਿਆ, ਔਰ ਇਹ ਸ਼ਹੀਦੀਆਂ ਪਾਉਣ ਤੋਂ ਬਾਅਦ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਇਹ ਵੀ ਸਾਡੀ ਕੌਮ ਨੂੰ ਹੀ ਬਖਸ਼ਿਸ਼ ਹੋਈ ਹੈ। ਸੋ ਮੈਂ ਇੱਕ ਬਜ਼ੁਰਗਾਂ ਨੂੰ ਇੱਥੇ ਮਿਲਿਆ, ਮੈਂ ਆਪਣਾ ਐਗਜ਼ਾਮਪਲ ਜੀ ਸ਼ੇਅਰ ਕਰਦਾ। ਉਹ ਬਜ਼ੁਰਗ ਜੇ ਸਾਡੇ ਸ਼ੈਲਟਰ ਦੇ ਵਿੱਚ ਆ ਕੇ ਨਾ ਇੱਕ ਵਾਰੀ ਬੜੇ ਇਮੋਸ਼ਨਲ ਜੇ ਬੈਠੇ ਸੀ, ਤਾਂ ਮੈਂ ਜਦੋਂ ਵੀ ਕਦੇ ਮੈਂ ਰੈਗੂਲਰ ਤਾਂ ਇੱਥੇ 15-20 ਦਿਨ ਰੁਕ ਗਿਆ, ਬਟ ਇਸ ਤੋਂ ਵੱਧ ਨਹੀਂ ਸੀ ਰੁਕ ਪਾਉਂਦਾ, ਬਟ ਜਦੋਂ ਵੀ ਰੈਗੂਲਰ ਆਉਂਦਾ ਰਹਿੰਦਾ ਸੀਗਾ ਤਾਂ ਉਹ ਬਜ਼ੁਰਗ ਨੂੰ ਮੈਂ ਦੇਖਿਆ ਤਾਂ ਬੜੇ ਨਿਰਾਸ਼ ਜਿਹੇ ਚਿਹਰੇ 'ਚ ਬੈਠੇ ਸੀਗੇ। ਮੈਂ ਕਿਹਾ, ਭਾਈ ਸਾਹਿਬ ਵੀ ਕੀ ਹੋਇਆ ਤੁਹਾਨੂੰ, ਵੀ ਬੜੇ ਨਿਰਾਸ਼ ਜਿਹੇ ਹੋ? ਤੇ ਮੈਨੂੰ ਲੱਗੇ ਕਿ ਸ਼ਾਇਦ ਉਹ ਕਹਿਣਗੇ ਕਿ ਹਜੇ ਕੁਝ ਫੈਸਲਾ ਨਹੀਂ ਆ ਰਿਹਾ ਤਾਂ ਕਰਕੇ, ਜਾਂ ਮੀਟਿੰਗਸ ਹੋਈ ਜਾ ਰਹੀਆਂ। ਪਰ ਉਹ ਕਹਿੰਦੇ ਮੇਰੇ ਨਾਲ ਨਾ ਟੈਂਟ ਦੇ ਵਿੱਚ ਇੱਕ ਜਵਾਨ ਮੁੰਡਾ ਰਹਿੰਦਾ ਸੀ, ਵੀ ਉਹ ਗੁਜ਼ਰ ਗਿਆ, ਵੀ ਉਹ ਮੇਰੇ ਮਤਲਬ ਚਾਚੇ ਦਾ ਪਤਾ ਨਹੀਂ ਮਤਲਬ ਭਤੀਜਾ ਲੱਗਦਾ ਸੀ ਮੇਰਾ, ਕੁਛ ਇੱਦਾਂ ਦਾ ਉਹਨਾਂ ਨੇ ਰਿਸ਼ਤੇਦਾਰੀ ਦੱਸੀ। ਪਰ ਉਹ ਨਿਰਾਸ਼ ਤੋਂ ਬਾਅਦ ਵੀ ਮੈਂ ਕਿਹਾ, ਫਿਰ ਤੁਸੀਂ ਘਰ ਕਿਉਂ ਨਹੀਂ ਜਾ ਰਹੇ? ਕਹਿੰਦੇ, ਨਾ ਪੁੱਤਰਾ, ਵੀ ਭਾਵੇਂ ਮੇਰਾ ਆਪਣਾ ਸਕਾ ਪੁੱਤਰ ਵੀ ਨਿਕਲ ਜਾਏ ਨਾ, ਮੈਂ ਤਾਂ ਵੀ ਨਹੀਂ ਜਾਵਾਂਗਾ, ਮੈਂ ਜਿੱਤ ਪਾ ਕੇ ਜਾਣੀ ਹੈ, ਚਾਹੇ ਮੇਰੀ 80 ਸਾਲ ਦੀ ਉਮਰ ਹੈ, ਪਰ ਮੈਂ ਨਹੀਂ ਇੱਧਰੋਂ ਦੀ ਹਿੱਲਣਾ। ਸੋ ਇਹ ਜਿਹੜੀਆਂ ਇਹ ਬਹੁਤ ਇਹ ਹਿਡਨ ਗੱਲਾਂ ਨੇ, ਇਹ ਤਜਰਬੇ ਨੇ, ਇਹ ਤਜਰਬੇ ਸ਼ਾਇਦ ਜਿਹੜੇ ਗਰਾਊਂਡ ਲੈਵਲ 'ਤੇ ਜਿਨ੍ਹਾਂ ਨੇ ਰਾਤਾਂ ਦਿਨ 24-24 ਘੰਟੇ ਗੁਜ਼ਾਰੇ ਹੈ ਨਾ,
ਉਹੀ ਇਹ ਦੱਸ ਸਕਦੇ ਨੇ। ਸੋ ਇਹ ਜਾਨ ਹੈ ਮੋਰਚੇ ਦੀ ਜਾਨ ਸਟੇਜ ਦੇ ਉੱਤੇ ਸਪੀਚ ਨਹੀਂ ਹੈ। ਮਾਫ ਕਰਿਓ, ਮੈਂ ਕਹਿਣਾ ਚਾਹੁੰਦਾ ਵੀ ਮੋਰਚੇ ਦੀ ਜਾਨ ਸਟੇਜ ਦੀ ਸਪੀਚਾਂ ਦੇ ਉੱਤੇ ਨਹੀਂ ਮਿਲੇਗੀ। ਬਹੁਤ ਚੀਜ਼ਾਂ ਮੈਨੂਪੂਲੇਟਡ ਮਿਲਦੀਆਂ, ਕਈ ਵਿਚਾਰ ਇਹੋ ਜਿਹੇ ਮਿਲਦੇ ਨੇ ਕਿ ਜਿਹੜੇ ਅਸੀਂ ਨਹੀਂ ਦੇਣਾ ਚਾਹੁੰਦੇ ਬਟ ਪਬਲਿਕ ਕੀ ਪਸੰਦ ਕਰਦੀ ਅਸੀਂ ਉਹ ਦੇ ਜਾਂਦੇ ਹਾਂ, ਮੱਲੋ ਮੱਲੀ ਦੇ ਜਾਂਦੇ ਹਾਂ। ਇੱਕ ਹਿਊਮਨ ਨੇਚਰ ਹੈ। ਪਰ ਜਿਹੜੇ ਅਸਲੀ ਵਿਚਾਰ ਨੇ ਨਾ, ਤੇ ਹੁਣ ਵੀ ਅਸੀਂ ਜਿਵੇਂ ਮਤਲਬ ਐਜ਼ ਆ ਭਰਾਵਰੀ ਮਿਲਣ ਆਏ, ਬਾਪੂ ਜੀ ਹੋਰੀ ਬੈਠੇ ਸੀ ਕਿ ਵੀ ਚਲੋ ਹੁਣ ਅਖੀਰਲੇ ਦਿਨ ਨੇ ਚਾਹ ਪੀ ਲਈਏ। ਸੋ ਇਹ ਜਿਹੜਾ ਪਰਿਵਾਰਕ ਮਾਹੌਲ ਹੈ, ਜਿਹੜਾ ਪਿਆਰ ਹੈ, ਇਹ ਮੋਰਚੇ ਦੀ ਜਾਨ ਹੈ। ਇੱਕ ਸੋ ਆਖਰੀ ਚਾਹ ਮੈਂ ਕਹਿੰਦੀ ਜ਼ਰੂਰ ਆਈ ਜਾਵੇ ਤਾਂ ਇਕੱਠੇ ਅਸੀਂ ਵੀ ਦਿਖਾਵਾਂਗੇ, ਇਕੱਠੇ ਬੈਠ ਕੇ ਪੀਂਦੇ ਨੇ। ਬਿਲਕੁਲ ਜੀ ਬਿਲਕੁਲ, ਅੱਜ ਸਵੇਰ ਦੀਆਂ ਚਾਵਾਂ ਹੀ ਚੱਲ ਰਹੀਆਂ ਨੇ। ਸੋ ਬੜੇ ਜਿਨ੍ਹਾਂ ਦੇ ਨਾਲ ਇੱਕ ਪਰਿਵਾਰਕ ਰਿਸ਼ਤਾ ਬਣ ਗਿਆ, ਉਹ ਰਿਸ਼ਤਾ ਹੁਣ ਜਦੋਂ ਸਾਰਿਆਂ ਨੇ ਵੱਖ ਹੋਣਾ ਤੇ ਓਬਵੀਅਸਲੀ ਬਹੁਤ ਇਮੋਸ਼ਨਲ ਸਮਾਂ। ਕੱਲ ਰਾਤ ਵੀ ਮੈਂ ਅੱਜ ਸਵੇਰੇ 5 ਵਜੇ ਅਸੀਂ ਸੁੱਤੇ ਸਾਰੇ ਇਕੱਠੇ ਬੈਠੇ ਵੋਲੰਟੀਅਰਸ ਜਿਨ੍ਹਾਂ ਨੇ ਪੂਰਾ ਸਾਲ ਉਰੇ ਕੱਟਿਆ। ਕਿੰਨੇ ਵਲੰਟੀਅਰਸ ਨੇ ਟੋਟਲੀ? ਸਾਡੇ ਇਸ ਮੋਰਚੇ ਦੇ ਵਿੱਚ ਤਕਰੀਬਨ 250 ਤੋਂ ਵੱਧ ਵੋਲੰਟੀਅਰਸ ਨੇ ਵਰਕ ਕੀਤਾ, ਜਿਹੜੇ ਕਿ ਰੈਗੂਲਰਲੀ ਜਿਹੜੇ ਇੱਥੇ ਰਹੇ ਨੇ, ਕੋਈ ਟਿੱਕਰੀ ਤੇ ਕੋਈ ਸਿੰਘੂ ਤੇ। ਸੋ ਮੈਂ ਪਿਛਲੇ 2 ਦਿਨਾਂ ਦਾ ਆਇਆ ਹੋਇਆ ਵੀ ਸਿਰਫ ਹੁਣ 2 ਦਿਨ ਇਹਨਾਂ ਦੇ ਨਾਲ ਹੀ ਗੁਜ਼ਾਰਨੇ ਨੇ ਅਖੀਰਲੇ। ਤੇ ਵੀ ਕਿਉਂਕਿ ਅਸੀਂ ਤਾਂ ਚਲੋ ਮੈਨੇਜ ਕਰ ਰਹੇ ਹਾਂ ਨਾ, ਆਰਗੇਨਾਈਜ਼ ਕਰ ਰਹੇ ਹਾਂ, ਓਵਰਵਿਊ ਕਰ ਰਹੇ ਹਾਂ, ਇੰਸਟਰਕਸ਼ਨਸ ਦੇ ਦਿੰਦੇ ਹਾਂ, ਬਟ ਗਰਾਊਂਡ ਲੈਵਲ ਤੇ ਵਰਕ ਕਰਨਾ, ਹਰ ਇੱਕ ਚੀਜ਼ ਨੂੰ, ਮੁਸੀਬਤ ਨੂੰ ਬੜੇ ਰਿਸਕ ਆਏ। ਕਦੇ ਇੰਟੈਲੀਜੈਂਸ ਦੇ, ਕਦੇ ਨੋਟਿਸਿਸ ਆ ਰਹੇ, ਕਦੇ NIA ਵਾਲੇ ਬੁਲਾ ਰਹੇ ਆ, ਬਹੁਤ ਕੁਝ ਸਮਾਂ ਦੇਖ ਲਿਆ। ਬਟ ਅੱਜ ਇਹ ਵਾਲਾ ਵੀ ਇੱਕ ਇਮੋਸ਼ਨਲ ਪਾਰਟ ਹੈ ਜਿਹੜਾ ਇਹ ਵੀ ਫੀਲ ਕਰਨ ਨੂੰ ਬਹੁਤ ਜੀ ਕਰਦਾ ਸੀ। ਤਾਂ ਸਾਰੇ ਕੰਮ ਛੱਡ ਕੇ ਅਸੀਂ 2-3 ਦਿਨ ਲਈ ਇੱਥੇ ਆ ਗਏ ਵੀ ਹੁਣ ਸਾਰਾ ਕੁਝ ਪੈਕਅਪ ਜਦੋਂ ਕਰਨਾ, ਸਾਰੀ ਟੀਮ ਦੇ ਨਾਲ ਗੁਜ਼ਾਰਨਾ ਸਮਾਂ। ਇਮੋਸ਼ਨਸ ਮੋਰਚੇ ਨਾਲ ਜੁੜ ਚੁੱਕੇ ਆ ਸਾਰਿਆਂ ਦੇ ਹੀ। ਜਿਹਨੂੰ ਵੀ ਪੁੱਛਦੇ ਆ ਅਸੀਂ ਸਾਰਾ ਇਹੀ ਕਹਿੰਦੇ ਨੇ ਕਿ ਅਜੇ ਦਿਲ ਨਹੀਂ ਕਰਦਾ, ਅਜੇ ਦਿਲ ਕਰਦਾ ਹੋਰ ਰਹਿ ਜਾਈਏ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਇੱਕ ਅੱਧਾ ਹੋਰ ਕਾਨੂੰਨ ਥੋਪ ਦੇ ਤਾਂ ਅਸੀਂ ਬੈਠੇ ਰਹੀਏ। ਦੇਖੋ ਇਹ ਮੈਂ ਕੱਲ ਵੀ ਰਾਤ ਅਸੀਂ ਇੱਕ ਤੰਬੂ ਦੇ ਵਿਚਕਾਰ ਬੈਠੇ ਸੀਗੇ। ਉਸ ਤੰਬੂ ਦੇ ਵਿਚਕਾਰ ਗੱਲਬਾਤ ਚੱਲ ਰਹੀ ਸੀ। ਸਾਰੇ ਯੂਥ ਦੇ ਹੀ ਮੁੰਡੇ, ਸਾਰੇ ਯੰਗ ਮੁੰਡੇ ਬੈਠੇ ਸੀਗੇ ਔਰ ਜਿਹੜੇ ਪਹਿਲੇ ਦਿਨਾਂ ਤੋਂ ਨਾਲ ਸੀਗੇ। ਸੋ ਕਈਆਂ ਦੇ ਮਨਾਂ ਦੇ ਵਿੱਚ ਨਾ ਨਾਰਾਜ਼ਗੀ ਸੀਗੀਆਂ, ਕਈਆਂ ਦੇ ਮਨਾਂ ਦੇ ਵਿਚਕਾਰ ਕੁਛ ਇਦਾਂ ਦੀ ਗੱਲ ਆ ਰਹੀ ਸੀ ਕਿ ਵੀ ਸਾਡੇ ਲਈ ਫੈਸਲਾ ਨਹੀਂ ਹੋਇਆ ਜਾਂ ਇਦਾਂ ਦਾ ਹੋ ਗਈ ਗੱਲਬਾਤ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿ ਮੈਂ ਉਹਨਾਂ ਦੀ ਗੱਲਾਂ ਸੁਣਦਾ ਰਿਹਾ ਘੰਟਾ ਕੁ ਬੈਠੇ ਹਨ। ਮੈਂ ਕਿਹਾ ਵੀਰੋ ਮੇਰੀ ਨਾ ਸਿਰਫ ਇੱਕੋ ਹੀ ਤੁਹਾਨੂੰ ਰਿਕੁਐਸਟ ਹੈ ਨਾ, ਵੀ ਬਹੁਤ ਨੈਗੇਟਿਵ ਚੀਜ਼ਾਂ ਹੋਣਗੀਆਂ ਮੋਰਚੇ ਦੇ ਵਿਚਕਾਰ। ਤੁਸੀਂ ਕਈ ਗੱਲਾਂ ਤੋਂ ਸੈਟੀਸਫਾਈ ਵੀ ਨਹੀਂ ਹੋਗੇ ਵੀ ਇਹਨੇ ਐਵੇਂ ਕਿਉਂ ਬਿਆਨ ਦਿੱਤਾ, ਬਹੁਤ ਨਾਰਾਜ਼ਗੀਆਂ ਵੀ ਹੋਣਗੀਆਂ। ਬਟ ਮੈਂ ਕਿਹਾ ਇੱਕ ਚੀਜ਼ ਜ਼ਰੂਰ ਪੱਲੇ ਬੰਨ੍ਹ ਲਿਓ ਵੀ ਜਿਹੜਾ ਇਹ ਅੱਜ ਤੁਹਾਨੂੰ ਸੰਗਤ ਮਿਲ ਗਈ ਨਾ, ਮੈਂ ਕਿਹਾ ਮੈਂ ਤੁਹਾਨੂੰ ਪਹਿਲਾਂ ਨਹੀਂ ਸੀ ਕਦੇ ਮਿਲਿਆ। ਤੁਸੀਂ ਇੰਨੇ ਚੰਗੇ ਵਿਚਾਰਾਂ ਵਾਲੇ, ਮਤਲਬ ਚਾਹੇ ਤੁਸੀਂ ਕੇਸ ਰੱਖੇ ਆ ਨਹੀਂ ਰੱਖੇ ਆ, ਬਟ ਜਿਹੜੇ ਤੁਹਾਡੇ ਵਿਚਾਰ ਨੇ, ਮੈਂ ਕਿਹਾ ਬਹੁਤ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਜ਼ਰੂਰ। ਹਰ ਇੱਕ ਦੇ ਵਿੱਚ ਹੁੰਦਾ, ਹਰ ਇੱਕ ਇਨਸਾਨ ਦੇ ਵਿੱਚ ਚੰਗੇ ਮਾੜੇ ਹੁੰਦੇ ਆ, ਹਰ ਇੱਕ ਇਨਸਾਨ ਦੇ ਵਿਚਕਾਰ ਦੋਨੇ ਤਰ੍ਹਾਂ ਦੇ ਟ੍ਰੇਟਸ ਹੁੰਦੇ ਆ। ਬਟ ਮੈਂ ਉਹ ਤੁਹਾਨੂੰ ਗੱਲ ਦੱਸ ਰਿਹਾ ਸੀਗਾ ਕਿ ਮੈਂ ਉਹਨਾਂ ਨੂੰ ਇਹੀ ਸੁਨੇਹਾ ਦਿੱਤਾ ਲਾਸਟ ਦੇ ਵਿੱਚ ਕਿ ਤੁਸੀਂ ਜਿਹੜੀ ਚੀਜ਼ ਖੱਟ ਰਹੇ ਹੋ ਨਾ, ਇਹ ਸੰਗਤ ਖੱਟ ਰਹੇ ਆ ਆਪਾਂ। ਇਹ ਬਜ਼ੁਰਗਾਂ ਦਾ ਆਸ਼ੀਰਵਾਦ, ਇਹ ਭੈਣਾਂ ਭਰਾਵਾਂ ਦਾ ਪਿਆਰ, ਤੇ ਇਹ ਚੀਜ਼ ਤੁਸੀਂ ਸਾਲੋ ਸਾਲ ਲਾ ਲੈਂਦੇ ਨਾ, ਤੁਹਾਨੂੰ ਇਹ ਸੋਚ ਵਾਲੇ ਬੰਦੇ ਨਹੀਂ ਸੀ ਮਿਲਣੇ। ਤੇ ਇਹ ਜਿਹੜੀ ਟੀਮ ਬਣੀ ਹੈ ਨਾ, ਇਹ ਸਟਰੈਂਥ ਹੈ ਸਾਡੀ, ਇਹ ਫਿਊਚਰ ਦੇ ਵਿੱਚ ਬਹੁਤ ਜਗ੍ਹਾ ਤੇ ਯੂਜ਼ ਹੋਣੀ ਹੈ ਔਰ ਇਹ ਸਟਰੈਂਥ ਬਣਾ ਕੇ ਰੱਖਿਓ। ਘੱਲੂਘਾਰਿਆਂ ਦੇ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਨਵਾਬ ਕਪੂਰ ਸਿੰਘ ਹੁਣਾਂ ਦਾ ਜ਼ਿਕਰ ਆਉਂਦਾ ਆ। ਜਦੋਂ ਵੱਡੀ ਗਿਣਤੀ ਦੇ ਵਿੱਚ ਕਤਲੇਆਮ ਹੋਇਆ ਸੀਗਾ ਸਿੱਖਾਂ ਦਾ, ਉਦੋਂ ਜੱਸਾ ਸਿੰਘ ਆਹਲੂਵਾਲੀਆ ਹੋਣੀ ਔਰ ਇਹ ਸਾਰੇ ਹੀ ਮਿਲ ਕੇ ਬਹੁਤ ਵੱਡੀ ਪੱਧਰ ਤੇ ਸਿੱਖਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ। ਬਜ਼ੁਰਗਾਂ ਨੂੰ ਔਰ ਬੀਬੀਆਂ ਨੂੰ ਤੇ ਬੱਚਿਆਂ ਨੂੰ ਕੱਢ ਵੀ ਲਿਆ ਗਿਆ। ਵੱਡੇ ਪੱਧਰ ਤੇ ਕਤਲੇਆਮ ਵੀ ਹੋਇਆ ਸੀਗਾ। ਉਦੋਂ ਦੀ ਗੱਲ ਕਰਦੇ ਹਾਂ ਤਾਂ ਬੇਸ਼ੱਕ ਅੰਦੋਲਨ ਸ਼ਾਂਤਮਈ ਸੀਗਾ, ਪਰ ਉਸ ਅੰਦੋਲਨ ਦੇ ਦੌਰਾਨ ਵੀ ਕੁਝ ਉਹੋ ਜਿਹੀ ਸੋਚ ਵਾਲੇ ਇਨਸਾਨ ਜਿਵੇਂ ਬਾਪੂ ਸੰਤੋਖ ਸਿੰਘ ਜੀ ਹੋਣੀ, ਸਾਡੇ ਬੁੱਢੇ ਸ਼ੇਰ ਕਹਿ ਲਈਏ, ਜਾਂ ਉਸ ਸੋਚ ਦੇ ਚੱਲ ਰਹੇ ਨੇ ਜਿਹੜੇ ਨੌਜਵਾਨਾਂ ਨੂੰ ਉਦੋਂ ਸੇਧ ਦੇ ਰਹੇ ਸੀਗੇ। ਕਿਵੇਂ ਲੈਂਦੇ ਹੋ ਇਹਨਾਂ ਨੂੰ? ਦੇਖੋ ਇਹਨਾਂ ਦੀ ਅਕਸਰ ਜਦੋਂ ਇਹਨਾਂ ਦੀ ਪਹਿਲੀ ਫੋਟੋ ਜਦੋਂ ਦੇਖੀ ਨਾ, ਤਾਂ ਪਤਾ ਨਹੀਂ ਵੀ ਬਾਪੂ ਜੀ ਸਾਹਮਣੇ ਬੈਠੇ ਆ, ਬਟ ਅਸੀਂ ਇਹਨਾਂ ਦੇ ਪਿੱਛੋਂ ਵੀ ਇਹੀ ਗੱਲ ਕਰਦੇ ਹਾਂ ਕਿ ਮਨ ਇਮੋਸ਼ਨਲ ਹੋ ਜਾਂਦਾ ਸੀ ਇਹਨਾਂ ਦੀ ਫੋਟੋ ਵੇਖ ਕੇ ਨਾ। ਤਾਂ ਜਦੋਂ ਮੈਂ ਇੱਥੇ ਆਇਆ ਪਹਿਲੇ ਦਿਨਾਂ 'ਚ ਤਾਂ ਸੈਟਅਪ ਕਰਦੇ ਰਹੇ, ਬਟ ਫਿਰ ਮੈਂ ਕਿਸੇ ਵੀਰ ਦੀ ਡਿਊਟੀ ਲਾਈ ਕਿ ਬਾਪੂ ਜੀ ਦੇਖਣ ਨਾ ਮੈਨੂੰ ਮਿਲਵਾਇਓ, ਮੈਂ ਸਿਰਫ ਇੱਕ ਜੱਫੀ ਪਾਣੀ ਚਾਹੁੰਦਾ ਇਹਨਾਂ ਨਾਲ, ਹੈ ਨਾ। ਸੋ ਚਲੋ ਬੈਠੇ, ਫਿਰ ਵਿਚਾਰਾਂ ਹੁੰਦੀਆਂ ਰਹੀਆਂ, ਫਿਰ ਪਿਆਰ ਬਜ਼ੁਰਗਾਂ ਵਾਲਾ, ਪੋਤੇ ਵਾਲਾ, ਹੈ ਨਾ, ਦਾਦੇ ਵਾਲਾ ਪਿਆਰ ਪੈ ਗਿਆ। ਸੋ ਇਹ ਇੱਕ ਜਿਹੜੀ ਇਹ ਗੱਲ ਹੈ ਨਾ, ਹੁਣ ਵੀ ਆਪਾਂ ਗੱਲ ਕਰਦੇ ਸੀ ਕਿ ਜਿਵੇਂ ਬਾਪੂ ਜੀ ਨੇ ਪੂਰੀ ਉਮਰ ਲੰਘਾ ਦਿੱਤੇ, ਠੀਕ ਹੈ। ਬਾਪੂ ਜੀ ਅੱਜ ਬਜ਼ੁਰਗ ਅਵਸਥਾ ਦੇ ਵਿੱਚ ਘਰ ਨੇ, ਭਾਵੇਂ ਅੰਦਰੋਂ ਦੀ ਪੂਰਾ ਜੋਸ਼ ਉਵੇਂ ਜਵਾਨਾਂ ਵਾਲਾ ਕਾਇਮ ਹੈ, ਪਰ ਬਾਪੂ ਜੀ ਬਿਨਾਂ ਏਜੰਡੇ ਤੋਂ ਇੱਥੇ ਆਏ ਸੀ। ਬਾਪੂ ਜੀ ਦਾ ਕੋਈ ਏਜੰਡਾ ਨਹੀਂ ਸੀ, ਸਿਰਫ ਭਾਵਨਾ ਸੀਗੀ, ਔਰ ਭਾਵਨਾ ਅੱਜ ਇੱਕ ਬ੍ਰਾਂਡ ਕ੍ਰੀਏਟ ਕਰਕੇ ਚਲੀ ਗਈ।
ਔਰ ਅੱਜ ਦੀ ਡੇਟ ਦੇ ਵਿੱਚ ਘਰ ਬਾਪੂ ਜੀ ਨੂੰ ਲੋਕੀ ਜਦੋਂ ਰਸਤੇ 'ਚ ਰੁਕ ਰੁਕ ਕੇ ਫੋਟੋ ਖਿੱਚਦੇ ਆ ਨਾ, ਇਹਨਾਂ ਦੇ ਭਾਵਨਾ ਦੇ ਸਦਕਾ ਹੀ ਹੈ। ਔਰ ਇਸ ਦੇ ਉਲਟੀ ਅਗਰ ਪੈਰਲਲੀ ਮੈਂ ਗੱਲ ਕਰਾਂ, ਕਈ ਇਹੋ ਜਿਹੇ ਬੰਦੇ ਵੀ ਹੈ ਵੀ ਜਿਹੜੇ ਸਿਰਫ ਏਜੰਡਾ ਦੇ ਨਾਲ ਆਏ ਸੀਗੇ ਔਰ ਉਹ ਏਜੰਡੇ ਦੇ ਵਿੱਚ ਮੇ ਵੀ ਕਾਮਯਾਬ ਵੀ ਹੋ ਗਏ ਹੋਣ। ਜੇ ਆਪਾਂ ਮਤਲਬ ਗੱਲ ਕਰਦੇ, ਓਪਨਲੀ ਗੱਲਾਂ ਕਰਦੇ ਨਹੀਂ, ਬਟ ਮੈਂ ਕੈਮਰੇ ਦੇ ਸਾਹਮਣੇ ਕਰ ਰਿਹਾ ਵੀ ਕਈ ਆਪਣੇ ਏਜੰਡਾ ਦੇ ਨਾਲ ਆਏ ਸੀ ਬਟ ਉਹ ਕਾਮਯਾਬ ਵੀ ਹੋ ਗਏ ਹੋਣਗੇ ਏਜੰਡਾ ਦੇ ਨਾਲ, ਬਟ ਉਹ ਲੌਂਗ ਟਰਮ ਨਹੀਂ ਸਰਵਾਈਵ ਕਰ ਪਾਣਗੇ ਇਸ ਚੀਜ਼ ਨੂੰ। ਕਿਉਂਕਿ ਜਿਹੜੀ ਵੀ ਚੀਜ਼ ਮੈਨੂਪੂਲੇਟਿਡ ਹੁੰਦੀ ਹੈ ਨਾ, ਕੋਈ ਵੀ ਚੀਜ਼ ਹੋਵੇ, ਕੋਈ ਸੇਵਾ ਹੋਵੇ, ਕੋਈ ਲੀਡਰੀ ਹੋਵੇ, ਕੁਝ ਵੀ ਹੋਵੇ, ਜੇ ਉਹ ਮੈਨੂਪੂਲੇਟਿਡ ਹੋਏਗੀ ਉਹ ਲੌਂਗ ਟਰਮ ਨਹੀਂ ਚੱਲੇਗੀ। ਸੋ ਇਹ ਲਾਈਵ ਐਗਜ਼ਾਮਪਲ ਬਾਪੂ ਜੀ ਬੈਠੇ ਨੇ, ਇਹਨਾਂ ਨੇ ਪੂਰੀ ਉਮਰ ਲੰਘਾਈ ਹੈ। ਬਾਪੂ ਜੀ ਨੂੰ ਕੋਈ ਵੀ ਨਹੀਂ ਸੀ ਮੇਰੇ ਖਿਆਲ ਲੋਕਲ ਲੈਵਲ ਤੇ, ਇਹਨਾਂ ਨੂੰ ਨਾ ਕੋਈ ਜਾਣਦਾ ਸੀ ਨਾ ਅਸੀਂ ਇਹਨਾਂ ਨੂੰ ਜਾਣਦੇ ਸੀਗੇ। ਸੋ ਜਦੋਂ ਇਹ ਇੱਕ ਸਿਰਫ ਏਜੰਡਾ ਲੈ ਕੇ ਆਏ ਸੀ ਕਿ ਭਾਵਨਾ ਦੇ ਨਾਲ ਦਿਲੋਂ ਜੁੜੇ ਸੀ, ਸੋ ਇਹਨਾਂ ਦੇ ਉਹ ਭਾਵਨਾ ਦੇ ਸਦਕਾ ਅੱਜ ਇਹ ਆਈਕਨ ਬਣ ਗਏ ਨੇ। ਅੱਜ ਹਰ ਇੱਕ ਸਾਨੂੰ NRIਆਂ ਦੇ ਫੋਨ ਆਉਂਦੇ ਆ, ਉਹ ਬਾਪੂ ਜੀ ਦਾ ਨੰਬਰ ਲੈ ਕੇ ਦਿਓ, ਉਹਨਾਂ ਦੇ ਨਾਲ ਫੋਟੋ ਜਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਜਾਂ ਮੀਡੀਆ ਵਾਲੇ ਪੁੱਛਦੇ ਨੇ। ਸੋ ਇਹ ਭਾਵਨਾ ਦਾ ਰਿਜ਼ਲਟ ਹੈ। ਰਵੀ ਸਿੰਘ ਹੁਣੀ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਬੋਲਦੇ ਰਹੇ ਨੇ। ਇਸ ਸਮੇਂ ਦੌਰਾਨ ਉਹ ਬਿਮਾਰ ਵੀ ਰਹੇ ਨੇ ਜਦੋਂ ਅੰਦੋਲਨ ਚੱਲਦਾ ਰਿਹਾ, ਔਰ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਡਾਇਰੈਕਟਲੀ ਉਹ ਬੋਲਦੇ ਰਹੇ ਨੇ। ਕੀ ਲੱਗਦਾ ਸੀਗਾ ਕਿ ਕਿੰਨਾ ਕੁ ਇਫੈਕਟ ਜਿਹੜਾ ਸੀਗਾ ਜਦੋਂ ਅੰਦੋਲਨ ਦੇ ਲਈ ਜਦੋਂ ਉਹ ਮੁੱਦਾ ਚੁੱਕਦੇ ਸੀਗੇ, ਤੇ ਕਿੰਨਾ ਕੁ ਪ੍ਰਭਾਵ ਜਿਹੜਾ ਉਹ ਪੈਂਦਾ ਸੀਗਾ ਲੋਕਾਂ ਤੇ? ਦੇਖੋ, ਪ੍ਰਭਾਵ ਤਾਂ ਕਮੈਂਟਸ ਦੇ ਵਿੱਚ ਹੀ ਨਜ਼ਰ ਆ ਜਾਂਦਾ ਸੀ ਵੈਸੇ ਤਾਂ। ਸੋ ਜਿਹੜੀ ਵੀ ਤੁਸੀਂ ਗੱਲ ਕਹੀ ਵੀ ਡਾਇਰੈਕਟਲੀ ਬੋਲਣਾ, ਮਤਲਬ ਸਾਡੀ ਇਹ ਹਮੇਸ਼ਾ ਸੋਚ ਰਹੀ ਹੈ ਵੀ ਜੋ ਵੀ ਗੱਲ ਹੈ ਉਹ ਡਾਇਰੈਕਟਲੀ ਕਰਨੀ। ਸੋ ਉਹ ਡਾਇਰੈਕਟਲੀ ਹਰ ਇੱਕ ਗੱਲ ਉਹਨਾਂ ਨੇ ਖੁੱਲ੍ਹੇਆਮ ਬੋਲੀਆਂ। ਔਰ ਇੱਥੇ ਦੇ ਜਦੋਂ ਵੀ ਕੋਈ ਗੱਲਾਂ ਹੋਈਆਂ, ਚਾਹੇ ਉਹ ਮੋਰਚੇ ਰਿਲੇਟਡ ਸੀਗੀਆਂ, ਚਾਹੇ ਉਹ ਪੋਲੀਟੀਕਲ ਸਿਨੈਰੀਓ ਦੇ ਉੱਤੇ ਸੀਗੀਆਂ, ਉਸ ਦਾ ਇਫੈਕਟ ਜ਼ਰੂਰ ਹੁੰਦਾ ਸੀ। ਲੋਕੀ ਸਾਨੂੰ ਆ ਕੇ ਪੁੱਛਦੇ ਸੀਗੇ ਕਿ ਹਾਂਜੀ ਭਾਈ ਸਾਹਿਬ ਦੀ ਸੋਚ ਕੀ ਹੈ, ਜਾਂ ਕੀ ਚਾਹੁੰਦੇ ਨੇ, ਜਾਂ ਕਿਵੇਂ ਆ, ਹੈ ਨਾ। ਸੋ ਇਹ ਮਤਲਬ ਪੋਜ਼ਿਟਿਵ ਨੈਗੇਟਿਵ ਇਫੈਕਟ ਦੋਨੇ ਨੇ। ਕਈ ਬੰਦੇ ਨਹੀਂ ਵੀ ਲਾਈਕ ਕਰਦੇ ਕਿ ਉਹ ਇੰਟਰਫੇਅਰ ਕਿਉਂ ਕਰ ਰਹੇ ਆ। ਕਈ ਵਾਰ ਉਹਨਾਂ ਨੇ ਸੁਝਾਅ ਦਿੱਤੇ। ਹੁਣ ਵੀ ਪਰਸੋਂ ਅਸੀਂ ਦੋਵੇਂ ਜਣੇ ਇਕੱਠੇ ਲਾਈਵ ਸੀਗੇ, ਅਸੀਂ ਦੱਸਿਆ ਕਿ ਵੀ ਹੁਣ ਮੋਰਚਾ ਖਤਮ ਹੋ ਰਿਹਾ। ਮੋਰਚਾ ਖਤਮ ਹੋਣ ਤੋਂ ਬਾਅਦ ਸਾਡੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਐਜ਼ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਕਿ ਅਸੀਂ ਟਰਾਂਸਪੇਰੈਂਸੀ ਕ੍ਰੀਏਟ ਕਰੀਏ, ਇੱਕ ਰਿਪੋਰਟ ਜ਼ਾਹਿਰ ਕਰੀਏ। ਉਹ ਹਰ ਇੱਕ ਆਰਗੇਨਾਈਜੇਸ਼ਨ ਕਰੇ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿਚਕਾਰ ਮੈਨੂੰ ਲੱਗਦਾ ਕਿ ਸ਼ਾਇਦ ਕਿ ਸੰਯੁਕਤ ਮੋਰਚੇ ਨੂੰ ਵੀ ਨਹੀਂ ਪਤਾ ਹੋਣਾ ਕਿ ਇਹਨਾਂ ਦੇ ਨਾਂ 'ਤੇ ਕਿੰਨੇ ਪੈਸੇ ਲੋਕਾਂ ਨੇ ਇਕੱਠੇ ਕੀਤੇ ਹੋਣੇ। ਸੋ ਅਸੀਂ ਇਹ ਸੁਝਾਅ ਦਿੱਤਾ ਸੀ ਕਿ ਤੁਸੀਂ ਇਸ ਤੋਂ ਫ੍ਰੀ ਹੋ ਕੇ ਇਸ ਦੇ ਉੱਤੇ ਜ਼ਰੂਰ ਗੌਰ ਕਰਿਓ, ਕਿਉਂਕਿ ਇਹ ਇੱਕ ਬੈਕਬੋਨ ਹੁੰਦੀ ਹੈ ਫਾਈਨੈਂਸ਼ੀਅਲ ਸਟਰਕਚਰ ਜਿਹੜਾ ਵੀ ਹੁੰਦਾ ਕਿਸੇ ਵੀ ਮੋਰਚੇ ਦਾ, ਕਿਸੇ ਵੀ ਕੋਈ ਆਰਗੇਨਾਈਜੇਸ਼ਨ ਦਾ। ਸੋ ਅਗਰ ਇਸ ਦੇ ਵਿਚਕਾਰ ਕਿੱਥੇ ਵੀ ਕੋਈ ਰਹਿ ਗਿਆ 1% ਵੀ, ਕੁਝ ਵੀ ਕਮੀ ਰਹਿ ਗਈ, ਚਾਹੇ ਉਹ ਕੋਈ ਆਰਗੇਨਾਈਜੇਸ਼ਨ ਵੱਲੋਂ, ਚਾਹੇ ਉਹ ਕੋਈ ਯੂਨੀਅਨਸ ਵੱਲੋਂ, ਤੇ ਉਹ ਸਾਨੂੰ ਫਿਊਚਰ ਦੇ ਵਿੱਚ ਬਹੁਤ ਇਫੈਕਟ ਕਰੇਗੀ। ਜੇ ਅਸੀਂ ਅੱਜ ਇੱਥੇ ਇੱਕ ਪੂਰੀ ਟਰਾਂਸਪੇਰੈਂਸੀ ਕ੍ਰੀਏਟ ਕਰਤੀ ਤੇ ਉਸ ਦੇ ਨਾਲ ਅਸੀਂ ਅੱਗੇ 10 ਇਵੈਂਟਸ ਵੀ ਆਰਗੇਨਾਈਜ਼ ਕਰਾਂਗੇ ਨਾ, ਤੇ ਸਾਰੇ NRI, ਸਾਰੇ ਦੇਸ਼ ਵਾਸੀ ਸਾਨੂੰ ਇਸ ਚੀਜ਼ ਦੇ ਉੱਤੇ ਸਪੋਰਟ ਕਰਨਗੇ। ਸੋ ਅਸੀਂ ਇਦਾਂ ਦੇ ਤਰ੍ਹਾਂ ਦੇ ਸੁਝਾਅ ਜੋ ਸਾਡੇ ਇੰਨੇ ਸਾਲਾਂ ਦੇ ਤਜਰਬੇ ਰਹੇ ਨੇ, ਮੈਨੂੰ 10 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਸੋਸ਼ਲ ਵਰਕ ਦੇ ਵਿੱਚ ਕੰਮ ਕਰਦੇ। ਸੋ ਅਸੀਂ ਉਹ ਐਕਸਪੀਰੀਅੰਸ ਸ਼ੇਅਰ ਕੀਤੇ। ਹੁਣ ਕਈਆਂ ਨੂੰ ਉਹ ਚੀਜ਼ ਹੈ, ਕਈ ਕਹਿੰਦੇ ਤੁਸੀਂ ਕੌਣ ਹੁੰਦੇ ਹੋ ਸਾਨੂੰ ਸੁਝਾਅ ਦੇਣ ਵਾਲੇ। ਸੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ, ਜੇ ਕਿਸੇ ਨੇ ਮੰਨਣਾ ਹੈ ਨਹੀਂ ਮੰਨਣਾ ਉਹਨਾਂ ਦੀ ਇੱਛਾ ਜੀ। NIA ਦੇ ਨੋਟਿਸ ਆਏ ਜਾਂ ਤੁਹਾਨੂੰ ਮਿਲਣ ਦੇ ਲਈ ਤੁਹਾਨੂੰ ਸੱਦਿਆ ਗਿਆ ਹੈ ਨਾ, ਬਹੁਤ ਕੁਝ ਹੋਇਆ। ਜਦੋਂ ਤੁਸੀਂ ਪਹਿਲਾਂ ਇੱਥੇ ਬਹੁਤ ਸਾਰੇ ਪ੍ਰਕੋਪੀਆਂ ਆਈਆਂ ਜਾਂ ਜਦੋਂ ਹੜ੍ਹ ਆਏ ਜਾਂ ਕਿਤੇ ਵੀ ਲੋੜ ਹੁੰਦੀ ਸੀਗੀ, ਉਦੋਂ ਤੁਸੀਂ ਇੱਥੇ ਪੈਸਾ ਖਰਚ ਕਰਦੇ ਸੀਗੇ, ਸਹਾਇਤਾ ਕਰਦੇ ਸੀਗੇ, ਤਾਂ ਉਦੋਂ ਵੀ ਨੋਟਿਸ ਆਉਂਦੇ ਸੀ? ਦੇਖੋ, ਨੋਟਿਸਿਸ ਤਾਂ ਇੰਟੈਲੀਜੈਂਸ ਤਾਂ ਸ਼ੁਰੂ ਤੋਂ ਹੀ ਮੇਰੇ ਖਿਆਲ ਅਸੀਂ 2012 ਦੇ ਵਿੱਚ ਘਰ ਰਜਿਸਟਰਡ ਇੱਥੇ ਇੰਡੀਆ ਦੇ ਵਿੱਚ ਹੋਏ ਹਾਂ। ਸੋ ਉਦੋਂ ਤੋਂ ਹੀ ਇੰਟੈਲੀਜੈਂਸ CID ਦੇ ਦਾ ਚੱਕਰ ਮੇਰੇ ਅਕਸਰ ਲੱਗਦੇ ਹੀ ਰਹਿੰਦੇ ਸੀ। ਤੇ ਇੱਥੇ ਵੀ ਜਦੋਂ ਮੋਰਚੇ 'ਤੇ ਆਏ ਤਾਂ ਸਟਾਰਟਿੰਗ ਡੇਜ਼ ਦੇ ਵਿੱਚ ਘਰ ਆਈ ਜਾਣਾ, ਉਹਨਾਂ ਨੇ ਪੁੱਛ-ਗਿੱਛ ਕਰਦੇ ਰਹਿਣਾ, ਵਾਚਿੰਗ ਮਤਲਬ ਉਹਨਾਂ ਦਾ ਰਹਿੰਦਾ ਸੀ ਕਿ ਖਾਲਸਾ ਏਡ ਨੂੰ ਵਾਚ ਕਰੀਏ, ਕਿਉਂਕਿ ਹਮੇਸ਼ਾ ਖਾਲਸਾ ਏਡ ਦੇ ਪ੍ਰੋਜੈਕਟਸ ਇੱਕ ਇਹੋ ਜਿਹਾ ਸਟ੍ਰੀਮਲਾਈਨ 'ਤੇ ਆ ਜਾਂਦੇ ਨੇ ਕਿ ਉਹ ਰੜਕਣ ਲੱਗ ਜਾਂਦੇ ਆ ਵੀ ਕਿਉਂ ਇਹ ਕਰ ਰਹੇ ਨੇ, ਇਹਨਾਂ ਦਾ ਏਜੰਡਾ ਤਾਂ ਨਹੀਂ ਕੋਈ, ਏਜੰਡਾ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਦਾਂ ਹੀ ਇਸ ਵਾਰ ਫਸਟ ਟਾਈਮ ਹੋਇਆ ਕਿ NIA ਨੇ ਵੀ ਸੱਦ ਲਿਆ, ਜਿਹੜੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ। ਤੇ ਮੈਨੂੰ ਵੀ ਨੋਟਿਸ ਆਇਆ, ਸਾਡੇ ਹੋਰ 2 ਵੀਰਾਂ ਨੂੰ, ਟਰਸਟੀਜ਼ ਨੂੰ ਨੋਟਿਸ ਆਇਆ, ਆਫਿਸ ਦੇ ਸਟਾਫ ਨੂੰ ਆਇਆ। ਸੋ ਇੱਕ ਵੀਰ ਸਾਡਾ ਗਿਆ ਵੀ 8-10 ਘੰਟੇ ਉਹਨਾਂ ਨੇ ਬਿਠਾ ਕੇ ਇਨਕੁਆਇਰੀਆਂ ਕੀਤੀਆਂ, ਔਰ ਇਨਕੁਆਇਰੀਆਂ ਵੀ ਸਿਰਫ ਇਹੀ ਸੀਗੀਆਂ ਕਿ ਤੁਹਾਡਾ ਏਜੰਡਾ ਕੀ ਹੈ, ਤੁਹਾਡਾ ਹਿਡਨ ਏਜੰਡਾ ਹੈਗਾ ਖਾਲਸਾ ਏਡ ਦਾ ਕੋਈ ਇਸ ਮੋਰਚੇ ਨੂੰ ਲੈ ਕੇ, ਤੁਹਾਨੂੰ ਪੈਸੇ ਕਿੱਥੋਂ ਆ ਰਹੇ। ਔਰ ਮੈਂ ਮਤਲਬ ਜਦੋਂ ਉਹਨਾਂ ਨੂੰ ਅਸੀਂ ਪੂਰੀ ਟਰਾਂਸਪੇਰੈਂਸੀ ਰਿਪੋਰਟ ਤੱਕ, ਸਟੇਟਮੈਂਟਸ ਤੱਕ ਸ਼ੇਅਰ ਕਰ ਦਿੰਦੇ ਸੀ, ਤਾਂ ਆਟੋਮੈਟਿਕਲੀ ਉਹਨਾਂ ਕੋਲੇ ਕੋਈ ਪੁਆਇੰਟ ਹੀ ਨਹੀਂ ਸੀ ਹੁੰਦਾ ਵੀ ਕਿੱਥੇ ਉਹਨਾਂ ਨੂੰ ਘੇਰਨਾ। ਸੋ ਇਹ ਅਕਸਰ ਪ੍ਰੈਸ਼ਰ ਹੁੰਦਾ, ਮੈਂਟਲੀ ਤੁਹਾਨੂੰ ਟਾਰਚਰ ਕੀਤਾ ਜਾਂਦਾ। ਜਦੋਂ ਇਹ ਮੋਰਚਾ ਚੱਲ ਰਿਹਾ ਸੀ ਉਸ ਦੇ ਦੌਰਾਨ ਮੇਰੇ ਘਰੇ ਪੁਲਿਸ ਆਈ,
ਡਰੈਸ ਪਾ ਕੇ ਆਏ ਹਨਾ। ਮੇਰਾ ਨਿਆਣਾ 2 ਸਾਲਾਂ ਦਾ ਹੈ। ਸੋ ਮਤਲਬ ਉਹ ਜਦੋਂ ਚੀਜ਼ਾਂ ਦੇਖਦੇ ਆ ਅਸੀਂ ਜਾਂ ਪਰਿਵਾਰਕ ਜਾਂ ਆਸ-ਪਾਸ ਦੇ ਦੇਖਦੇ ਨੇ ਲੋਕ ਹਨਾ, ਜਦੋਂ ਇੱਕ ਕਲੋਨੀ ਦੇ ਵਿੱਚ ਘਰ ਤੁਹਾਡੇ ਪੜੋਸੀ ਦੇਖ ਰਹੇ ਨੇ ਇਹਨਾਂ ਦੇ ਘਰੇ ਪੁਲਿਸ ਕੀ ਕਰਨ ਆਈ ਹੈ। ਸੋ ਪੇਰੈਂਟਸ ਦਾ ਵੀ ਉਹ ਟਰਸਟ ਬਿਲਡ ਹੋਣਾ ਉਸ ਟਾਈਮ ਦੇ ਉੱਤੇ ਕਿ ਸਾਡੇ ਬੱਚੇ ਸਹੀ ਟਰੈਕ ਤੇ ਹੈਗੇ ਆ ਜਾਂ ਨਹੀਂ ਹੈ। ਸੋ ਇਹ ਮੇਨਟੇਨ ਕਰਨਾ ਬਹੁਤ ਔਖਾ ਹੁੰਦਾ। ਕਹਿਣਾ ਬਹੁਤ ਸੌਖਾ ਕਿ ਹਾਂਜੀ ਆਏ ਸੀ ਜੀ, ਨੋਟਿਸ ਦੇਣ ਆਏ, ਇਨਕੁਆਇਰੀ ਕਰਨ ਆਏ, ਬਟ ਉਹ ਇਨਕੁਆਇਰੀ ਦੇ ਦੌਰਾਨ ਜਿਹੜਾ ਸਮਾਂ ਹੁੰਦਾ ਮੈਂਟਲੀ ਤੁਸੀਂ ਇੱਕ ਪਾਸੇ ਇੰਨੀ ਵੱਡੀ 200-500 ਬੰਦੇ ਦੀ ਟੀਮ ਨੂੰ ਮੈਨੇਜ ਕਰਨਾ, ਉਸ ਤੋਂ ਬਾਅਦ ਸੰਗਤ ਤੋਂ ਸਪੋਰਟ ਲੈਣੀ। ਸੋ ਉਸ ਟਾਈਮ ਦੇ ਉੱਤੇ ਤੁਸੀਂ ਨਾਲ ਪੈਰਲਲੀ ਮੈਂਟਲੀ ਇੰਨਾ ਜ਼ਿਆਦਾ ਹਰਾਸ ਕਰ ਰਹੀ ਹੁੰਦੀ ਤੁਹਾਨੂੰ ਗਵਰਨਮੈਂਟ ਜਾਂ ਏਜੰਸੀਜ਼, ਤੇ ਉਹਨੂੰ ਬੈਲੈਂਸ ਕਰਨਾ ਬਹੁਤ ਡਿਫਿਕਲਟ ਹੁੰਦਾ। ਬਟ ਸੰਗਤ ਦੀ ਸਪੋਰਟ ਦੇ ਨਾਲ ਉਹ ਸਾਰੇ ਸਮੇਂ ਚੋਂ ਨਿਕਲ ਕੇ ਅੱਜ ਅਸੀਂ ਬਹੁਤ ਖੁਸ਼ੀ ਵਾਲੇ ਮਾਹੌਲ 'ਚ ਬੈਠੇ ਹਾਂ ਕਿ ਸਾਰਾ ਕੁਝ ਲੰਘ ਗਿਆ ਇੱਕ ਪ੍ਰੋਜੈਕਟ ਦੀ ਤਰ੍ਹਾਂ। ਸੋ ਅੱਗੇ ਹੁਣ ਫਿਊਚਰ 'ਚ ਜੋ ਹੋਏਗਾ ਦੇਖਾਂਗੇ। ਕਵਰ ਅਪ ਹੋ ਜਾਏਗਾ ਸਾਰਾ ਕੁਝ, ਸਾਰਾ ਸਮਾਨ, ਕਿਉਂਕਿ ਅੱਜ ਦੀ ਰਾਤ ਬਾਕੀ ਹੈ, ਸਵੇਰੇ ਵਾਪਸੀ ਹੈ। ਨਹੀਂ, ਅਸੀਂ ਤਾਂ ਹਜੇ ਕਵਰ ਅਪ ਸਾਡਾ ਲੇਟ ਹੀ ਹੋਏਗਾ ਕਿਉਂਕਿ ਸਾਨੂੰ ਲੱਗਦਾ ਕਿ 20-25 ਦਿਨ ਸਾਨੂੰ ਕਵਰ ਅਪ ਕਰਦੇ ਕਰਦੇ ਲੱਗ ਜਾਣੇ, ਕਿਉਂਕਿ ਇੱਥੇ ਆਸ-ਪਾਸ ਹੀ ਇਹ ਤਾਂ ਜਿਹੜਾ ਸਿਰਫ ਆਪਾਂ ਸ਼ੈਲਟਰ 'ਚ ਬੈਠੇ ਆ, ਸਿਰਫ ਤੁਸੀਂ ਇਹ ਦੇਖ ਰਹੇ ਹੋ ਆਸ-ਪਾਸ ਸਾਡੇ ਵੇਅਰ ਹਾਊਸ, ਗਡਾਊਨ ਬਹੁਤ, ਜਿੱਥੇ ਸਾਡਾ ਗਰਮੀਆਂ ਦਾ ਸਮਾਨ ਪਿਆ, ਕਿੱਥੇ ਸਰਦੀਆਂ ਦਾ ਸਮਾਨ ਪਿਆ। ਸੋ ਤਰ੍ਹਾਂ ਦੇ ਸਮਾਨ ਲੈ ਕੇ ਰੱਖੇ ਹੋਏ ਸੀ, ਅਸੀਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਚੱਲੇ ਸੀਗੇ। ਸੋ ਅਗਲੀ ਪ੍ਰੈਪਰੇਸ਼ਨ ਕੀਤੀ ਹੋਈ ਸੀ। ਹਾਂਜੀ, ਮਤਲਬ ਹਰ ਇੱਕ ਤਰ੍ਹਾਂ ਦੀ ਹੁਣ ਪਿਛਲੀ ਸਰਦੀਆਂ 'ਚ ਜਿਹੜਾ ਸਮਾਨ ਬਚਿਆ ਸੀਗਾ ਉਹ ਸਟੋਰ ਕੀਤਾ ਸੀ। ਨਵੀਂ ਸਰਦੀਆਂ ਦੇ ਲਈ ਅਸੀਂ ਤਿਆਰੀ ਕਰੀ ਬੈਠੇ ਸੀ, ਕਿਹੜਾ ਸਮਾਨ ਘੱਟ ਹੈ ਉਹ ਖਰੀਦ ਕੇ ਰੱਖਿਆ ਹੋਇਆ। ਸੋ ਸਾਰਾ ਹੁਣ ਸਮਾਨ ਸਮੇਟ ਕੇ ਮਤਲਬ ਸਮਾਂ ਲੱਗ ਜਾਏਗਾ, 20-25 ਦਿਨ ਦਾ ਐਸਟੀਮੇਟ ਲਾ ਰਹੇ ਕਿ ਲੱਗੇਗਾ। ਉਸ ਤੋਂ ਬਾਅਦ ਹੀ ਸਾਡੀ ਵਾਪਸੀ ਹੋਏਗੀ। ਸੋ ਤੁਸੀਂ ਵੀ ਬੜੀ ਸ਼ਮੂਲੀਅਤ ਵੱਡੇ ਪੱਧਰ ਤੇ ਕਿਸਾਨ ਅੰਦੋਲਨ 'ਚ ਕੀਤੀ ਹੈ। ਤੁਸੀਂ ਅੱਜ ਕਿੱਦਾਂ ਦੇਖ ਰਹੇ ਹੋ ਇਸ ਅੰਦੋਲਨ ਨੂੰ? ਆਖਰੀ ਪੜਾਅ ਦੇ ਉੱਪਰ ਹੈਗਾ ਆ, ਅਨਾਉਂਸ ਹੋ ਗਿਆ, ਸਟੇਜ ਵੀ ਪੁੱਟੀ ਗਈ ਹੈ। ਕੀ ਸੋਚਦੇ ਹੋ ਕਿ ਜਿਹੜੇ ਆ ਕੇ ਬੈਠੇ ਹੋਏ ਸੀਗੇ ਇੱਕ ਸਾਲ ਦੇ ਲਈ, ਜਿਹੜੇ ਬਾਬੂ ਸੰਤੋਖ ਸਿੰਘ ਵਰਗੇ, ਉਹਨਾਂ ਦਾ ਜਜ਼ਬਾ ਜਿਹੜਾ ਸੀਗਾ, ਉਹਨਾਂ ਨੇ ਆਖਿਰਕਾਰ ਸਰਕਾਰ ਨੂੰ ਝੁਕਣ ਤੇ ਮਜਬੂਰ ਕਰ? ਸਭ ਤੋਂ ਪਹਿਲਾਂ ਵਿੱਚ ਖਾਲਸਾ ਵਿੱਚ ਫਤਿਹ ਜੀ। ਅਸੀਂ ਤਾਂ ਇਸ ਅੰਦੋਲਨ ਨੂੰ ਇੱਦਾਂ ਕਰਕੇ ਦੇਖਦੇ ਹਾਂ, ਸਾਡੀ ਅੰਬਾਲੇ ਦੀ ਟੀਮ ਸੀਗੀ ਜਦੋਂ ਨਵਦੀਪ ਨੇ ਵਾਟਰ ਕੈਨਨ ਤੋਂ ਛਾਲ ਲਾਈ ਸੀ, ਅਸੀਂ ਸਾਰੇ ਇਕੱਠੇ ਸੀਗੇ। ਅਸੀਂ ਇੱਕ ਚੀਜ਼ ਨੂੰ ਮੰਨਦੇ ਹਾਂ, ਅਸੀਂ ਟੀਮ ਜੌਬ ਨੂੰ ਵੱਡਾ ਮੰਨਦੇ ਹਾਂ ਕਿ ਟੀਮ ਸੀਗੀ, ਟੀਮ ਤੋਂ ਬਿਨਾਂ ਕੁਝ ਨਹੀਂ ਹੈਗਾ ਤੁਹਾਡੇ ਕੋਲ। ਜੇ ਤੁਹਾਡੇ ਕੋਲ ਤੁਹਾਡੀ ਟੀਮ ਨਹੀਂ ਤੇ ਤੁਹਾਡੀ ਟੀਮ ਦਾ ਤੁਹਾਡੇ 'ਤੇ ਵਿਸ਼ਵਾਸ ਹੋਣਾ ਵੱਡੀ ਗੱਲ ਹੁੰਦੀ ਹੈ, ਤੇ ਉਹ ਸਾਰਿਆਂ ਦਾ ਵਿਸ਼ਵਾਸ ਹੀ ਬੰਦੇ ਨੂੰ ਖਿੱਚ ਕੇ ਅੱਗੇ ਲੈ ਕੇ ਜਾਂਦਾ ਤੁਹਾਡੇ 'ਚ। ਪਰ ਜਦੋਂ ਉਹ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਅਸੀਂ ਇੱਕ ਪਿੰਡਾਂ ਦੇ ਵਿੱਚ ਜਦੋਂ ਘੁੰਮ ਰਹੇ ਸੀਗੇ, 25 ਨਵੰਬਰ ਨੂੰ ਅਸੀਂ ਚੱਲੇ ਸੀਗੇ ਮੋੜੇ ਤੋਂ ਬੈਰੀਕੇਡ ਪੁੱਟਦੇ ਹੋਏ, ਤੇ ਪੰਜਾਬ ਦੀਆਂ ਜਥੇਬੰਦੀਆਂ ਨੇ 26 ਨੂੰ ਆ ਕੇ ਬਾਰਡਰ ਤੇ ਬਹਿਣਾ ਸੀ। ਪਰ ਸਾਡਾ ਨਿਸ਼ਚੈ ਸੀ ਕਿ ਅਸੀਂ ਦਿੱਲੀ ਜਾਵਾਂਗੇ। ਉਹ ਤੋਂ ਪਹਿਲਾਂ ਅਸੀਂ ਤਿਆਰੀ ਕੀਤੀ ਸੀਗੀ, ਅਸੀਂ 300 ਪਿੰਡਾਂ ਦੇ ਕਰੀਬ ਅਸੀਂ ਘੁੰਮ ਕੇ ਇਹ ਗੱਲ ਕਹੀ ਸੀ ਅੰਬਾਲੇ ਵੀ ਸਾਡੇ ਨਾਲ ਉਹ ਆਵੇ ਵੀ ਆਪਦੇ ਘਰੇ ਨੇ ਇੱਕ ਫੋਟੋ ਤੇ ਇੱਕ ਹਾਰ ਦੇ ਕੇ ਆਵੇ, ਵੀ ਜੇ ਤਾਂ ਅਸੀਂ ਜਿੱਤ ਕੇ ਤਾਂ ਹਾਰ ਸਾਡੇ ਗਲਾਂ 'ਚ ਪਾ ਦਿਓ, ਨਹੀਂ ਸਾਡੀ ਫੋਟੋ ਤੇ ਪਾ ਦਿਓ। ਤੇ ਸੱਚੀ ਸਾਡੇ ਲਈ ਨਾ ਉਹੀ ਜਜ਼ਬੇ ਵਾਲੇ ਮੁੰਡੇ, 18 ਸਾਲਾਂ ਦੇ ਮੁੰਡੇ, ਇਹ ਪਿੱਛੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ, 14 ਸਾਲਾਂ ਦੇ ਮੁੰਡੇ। ਸਾਡੇ ਨਾਲ 1600 ਕੁ ਬੰਦਾ ਸੀਗਾ, ਤੇ ਪੂਰੇ ਹਰਿਆਣੇ ਦੇ ਵਿੱਚੋਂ ਇੱਕ ਟਰੈਲੀ ਸੀਗੀ ਪਿੰਡ ਹਰਨੋਲੀ ਦੀ, ਤੇ ਬਾਕੀਆਂ 65 ਟਰੈਲੀਆਂ ਸਾਡੀਆਂ ਸੀਗੀਆਂ, ਤੇ 46 ਟਰੈਲੀਆਂ ਇੱਕਦਮ ਚੱਲੀਆਂ ਸੀਗੀਆਂ। ਸਾਡੇ ਤੇ ਉੱਥੇ ਰੋੜਾ ਵੀ ਭਰਾਇਆ ਗਿਆ, ਪਾਣੀ ਦੀ ਵਿਛਾਰਾਂ ਵੀ ਮਾਰੇ ਗਏ, ਡੰਡੇ ਵੀ ਮਾਰੇ ਗਏ। ਪਰ ਉਹ ਤੋਂ ਬਾਅਦ ਜਦੋਂ ਮਤਲਬ ਕਿ ਉਹ ਜਿਹੜੀ ਬਾਬੇ ਨਾਨਕ ਦੀ ਆਈਡੀਓਲੋਜੀ, ਸਬਰ, ਸਿਦਕ, ਸੰਜਮ, ਸੱਚਾਈ ਸਾਡੇ ਨਾਲ ਸੀ, ਅਸੀਂ ਉਹ ਤੋਂ ਬਾਅਦ ਬੈਰੀਕੇਡ ਪੁੱਟ ਕੇ ਅੱਗੇ ਵੱਧ ਗਏ। ਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਵੀਡੀਓ ਵਾਇਰਲਸ ਹੋ ਗਈਆਂ, ਕਦੋਂ ਕਿਹਨੇ ਆ ਕੇ ਪ੍ਰਚਾਰ ਕੀਤਾ। ਉਹ ਤੋਂ ਬਾਅਦ ਇਹ ਮਹਾਨ ਅੰਦੋਲਨ ਜਿਹਨੇ ਯੁੱਗ ਪਲਟਿਆ, ਉਹਦੀ ਸ਼ੁਰੂਆਤ ਹੋ ਗਈ। ਜੇ ਸਾਡੇ ਪੱਖ ਤੋਂ ਇਹ ਗੱਲ ਸੋਚਦੇ ਹਾਂ ਤਾਂ ਜਿੱਦਾਂ ਮੈਂ ਤਾਂ ਇਹ ਗੱਲ ਗੁਰੇਜ਼ ਨਹੀਂ ਕਰਦਾ ਕਹਿਣ ਦੇ ਵਿੱਚ ਕਿ ਇਹ ਅੰਦੋਲਨ ਟੋਟਲ ਹੀ ਸਿੱਖੀ ਸਿਧਾਂਤਾਂ ਦੇ ਉੱਪਰ ਲੜਿਆ ਗਿਆ ਹੈ। ਜਿਹੜੇ ਅਸਲੀ ਸਿੱਖੀ ਸਿਧਾਂਤ ਨੇ ਉਹ ਲੋਕਾਂ ਨੂੰ ਦੱਸੇ ਗਏ ਕਿ ਆਪਾਂ ਨੇ ਲੰਗਰ ਵਰਤਾਉਣਾ, ਲੰਗਰਾਂ ਵਾਲੇ ਬਾਬੇ ਜਿਹੜੇ ਕਾਰਸੇ ਵਾਲੇ ਬਾਬੇ, ਖਾਲਸਾ ਐਡ, ਯੂਨਾਈਟਿਡ ਸਿੱਖ, ਕਿਸਾਨ ਮਜ਼ਦੂਰ ਏਕਤਾ ਹਸਪੀਟਲ, ਹੋਰ ਜਿੱਦਾਂ ਬੀ ਸਪੋਰਟ ਫਾਰਮਰ ਵਾਲੇ, ਅਮਰੀਕਾ ਵਾਲੇ, ਕਿਸਾਨ ਸਲੀਪ ਆਊਟ ਜਿਹੜੇ ਕੈਨੇਡਾ ਦੇ ਵਿੱਚ ਸੌਂਦੇ ਸੀਗੇ। ਮਤਲਬ ਕਿ ਕੈਨੇਡਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ, ਜਾਪਾਨ ਤੋਂ ਲੈ ਕੇ ਅਫਰੀਕਾ ਤੱਕ, ਜਿਹੜਾ ਉਹ ਇੱਕ ਕਲਾਮੇ ਚ ਲਿਆ ਸਿੱਖੀ ਨੂੰ, ਉਹੀ ਇੱਕ ਕਲਾਮੇ ਦੇ ਵਿੱਚ, ਉਸੇ ਕਲਾਮੇ ਦੇ ਵਿੱਚ ਇਤਿਹਾਸ ਨੂੰ ਬਚਾਉਣ ਦੀ ਜਿਹੜੀ ਕਿ ਲੋਕੀ ਕਹਿੰਦੇ ਸੀ ਕਿ ਮੋਦੀ 7 ਸਾਲਾਂ ਦੇ ਵਿੱਚ ਨਹੀਂ ਝੁਕਿਆ, ਤੇ ਸਾਡਾ ਇਤਿਹਾਸ ਸੀ ਕਿ ਅਸੀਂ 550 ਸਾਲ 'ਚ ਨਹੀਂ ਕਦੇ ਝੁਕੇ। ਜ਼ਬਰ ਜ਼ੁਲਮ ਦੇ ਖਿਲਾਫ ਅਸੀਂ ਲੜਨ ਦਾ ਜਿਹੜਾ ਉਹ ਇਤਿਹਾਸ ਸੀ ਉਹ ਅਸੀਂ ਬਰਕਰਾਰ ਰੱਖਿਆ। ਜੇ ਬਾਬਰ ਨੂੰ ਜਾਬਰ ਬਾਬੇ ਨਾਨਕ ਨੇ ਕਿਹਾ ਸੀ ਕਿ ਤਾਨਾਸ਼ਾਹ ਹੁਕਮਰਾਨ ਨੂੰ ਵੀ ਉਸੇ ਆਈਡੀਓਲੋਜੀ ਨੇ, ਉਸੇ ਸਿੱਖ ਕੌਮ ਨੇ ਆ ਕੇ ਅੱਜ ਝੁਕਾਇਆ। ਤੁਸੀਂ ਗਾਜੀਪੁਰ ਮੋਰਚੇ ਤੇ ਚਲੇ ਜਾਓ, ਤੁਸੀਂ ਪਲਵਲ ਮੋਰਚੇ ਤੇ ਚਲੇ ਜਾਓ,
ਤੁਸੀਂ ਸ਼ਾਹਜਹਾਂਪੁਰ ਮੋਰਚੇ ਚਲੇ ਜਾਓ, ਤੁਸੀਂ ਟਿੱਕਰੀ ਮੋਰਚੇ ਚਲੇ ਜਾਓ, ਤੁਹਾਨੂੰ ਉਹੀ ਮਤਲਬ ਕਿ ਪੱਗਾਂ ਵਾਲੇ ਸਰਦਾਰ ਮਿਲਣਗੇ। ਠੀਕ ਹੈ, ਗੱਲਬਾਤ ਦੇ ਵਿੱਚ ਸਾਰਾ ਪੂਰੇ ਦੇਸ਼ ਦਾ ਇਹ ਮਤਲਬ ਕਿ ਜਿਹੜਾ ਕਿਸਾਨੀ ਭਾਈਚਾਰਾ ਹੋਇਆ ਉਹ ਇਕੱਠਾ ਹੋਇਆ। ਪਰ ਉਹ ਜਿਹੜਾ ਸਿਧਾਂਤਕ ਤੌਰ ਤੇ ਲੜਨ ਦਾ ਜਿਹੜਾ ਤਰੀਕਾ ਸੀਗਾ, ਚਾਹੇ ਉਹ ਚਾਬੀਆਂ ਦਾ ਮੋਰਚੇ ਦਾ ਇਤਿਹਾਸ ਦੇਖ ਲਓ, ਚਾਹੇ ਤੁਸੀਂ ਗੁਰੂ ਦੇ ਬਾਗ ਦਾ ਮੋਰਚਾ ਦੇਖ ਲਓ, ਚਾਹੇ ਜੈਤੋ ਦਾ ਮੋਰਚਾ ਦੇਖ ਲਓ, ਉਸੇ ਸਿਧਾਂਤ ਦੇ ਨਾਲ ਕਿ ਅਸੀਂ ਗੋਲੀ ਖਾਣੀ ਹੈ, ਚਲਾਣੀ ਨਹੀਂ। ਜਦੋਂ ਚਲਾਣੀ ਪਊਗੀ ਤੇ ਅਸੀਂ ਪਿੱਛੇ ਨਹੀਂ ਹਟਾਂਗੇ। ਉਹ ਵੀ ਗੱਲ ਸੀਗਾ, ਉਹ ਜਜ਼ਬਾ ਸਾਡੇ 'ਚ ਸੀਗਾ। ਸਾਨੂੰ ਬਿਲਕੁਲ ਇਹ ਖਾ ਕੇ ਮੁੜਨ ਵਾਲੀ ਕੌਮ ਨਹੀਂ ਆ। ਸਾਡੇ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ। ਅਸੀਂ ਪਿੱਪਲੀ ਰੈਲੀ ਕੀਤੀ ਸੀਗੀ ਸਤੰਬਰ 2020 ਨੂੰ, ਤੇ ਜਦੋਂ ਅਸੀਂ ਉੱਥੇ ਪਹੁੰਚੇ ਸੀਗੇ ਤਾਂ ਅੰਬਾਲਾ 10,000 ਦੀ ਸੰਖਿਆ ਦੇ ਵਿੱਚ ਸੀਗਾ। ਉੱਥੇ 10,000 ਬੰਦੇ ਅੰਬਾਲੇ ਤੋਂ ਸੀਗੇ, ਫੁੱਲ ਲੋਕਡਾਊਨ ਲੱਗਿਆ ਹੋਇਆ ਸੀ। ਉਸ ਟਾਈਮ ਵੀ ਸਾਨੂੰ ਇਹ ਟੈਗ ਮਿਲਣੇ ਸ਼ੁਰੂ ਹੋ ਗਏ ਸੀ ਵੀ ਇਹ ਤਾਂ ਅੱਤਵਾਦੀ ਨੇ, ਇਹ ਤਾਂ ਜੀ ਖਾਲਿਸਤਾਨੀ ਨੇ। ਤੇ ਉਹ ਸਾਨੂੰ ਅੱਜ ਲੋਕੀ ਕਹਿੰਦੇ ਨੇ ਵੀ ਜੇ ਇਹ ਜੇ ਖਾਲਿਸਤਾਨੀ ਨੇ ਤਾਂ ਸਾਰੇ ਵਰਲਡ ਦੇ ਵਿੱਚ ਖਾਲਿਸਤਾਨੀ ਹੋਣੇ ਚਾਹੀਦੇ। ਬਿਲਕੁਲ ਖੁਦ ਮੂੰਹੋਂ ਕਹਿੰਦੇ। ਹਾਂ, ਖੁਦ ਮੂੰਹੋਂ ਉਹੀ ਮੀਡੀਆ ਜਿਹੜਾ ਸਾਨੂੰ ਭੰਡਦਾ ਸੀਗਾ, ਜਿਹੜਾ ਸਾਨੂੰ ਕਦੇ ਨਕਸਲਵਾਦੀ ਆਖਦਾ ਸੀਗਾ, ਕਦੇ ਅਰਬਨ ਨਕਸਲੀ ਆਖਦਾ ਸੀਗਾ। ਪਰ ਜਿਹੜੀ ਮੇਰੀ ਇੱਕ ਗੱਲ, ਜੇ ਆਪਾਂ ਆਪਣੀ ਗੱਲ ਕਰੀਏ, ਆਪਾਂ ਤਾਂ ਜਿਹੜਾ ਸਮਝੇ ਵੀ ਅਮਰਵੀਰ ਜੀ ਬੈਠੇ ਨੇ, ਬਾਪੂ ਸੰਤੋਖ ਵੀਰ ਜੀ, ਰਾਜ ਕੌਰ ਬੈਠੀ ਹੈ ਪਿੱਛੇ, ਤੇਜਿੰਦਰ ਬਾਈ ਜਿਹੜਾ ਕਦੇ ਕੈਮਰੇ 'ਚ ਵੀ ਨਹੀਂ ਆਉਂਦਾ, ਕਦੇ ਫੋਟੋ ਵੀ ਨਹੀਂ ਖਿਚਾਉਣਾ ਚਾਹੁੰਦਾ। ਜੇ ਮੈਨੂੰ ਇਹ ਗੱਲ ਕਹਿਣੀ, ਇੱਕ ਦਾਣਾ ਵੀ ਗਰੇਜ ਨਹੀਂ ਕਿ ਹਰ ਆਦਮੀ ਨੂੰ ਪ੍ਰਮਾਤਮਾ ਨੇ ਚੁਣਿਆ ਸੀਗਾ। ਇੱਥੇ ਬਹੁਤ ਜੇ ਬੰਦੇ ਪ੍ਰਮਾਤਮਾ ਦੇ ਨਾਲ ਆਪਦਾ ਚਿਹਰਾ ਚਮਕਾ ਗਏ, ਬਹੁਤ ਜੇ ਬੰਦੇ ਲਾਈਕ ਰੀਟਵੀਟ ਕਰਾ ਕੇ ਆਪਦੇ ਚੈਨਲ ਵੱਡੇ ਕਰਾ ਗਏ, ਬਹੁਤ ਜੇ ਬੰਦੇ ਜਿਹੜੇ ਰਕਮਾਂ ਲੈ ਕੇ ਵੀ ਤੁਰ ਗਏ ਹੈ, ਉਹ ਵੀ ਤੁਰ ਗਏ। ਪਰ ਜਿਹੜਾ ਜਿੱਤਿਆ ਨਾ, ਉਹ ਸੱਚਾ ਟਰੈਲੀ ਵਾਲਾ ਕਿਸਾਨ, ਉਹਦੀ ਜਿੱਤ, ਜਿਹੜਾ ਬੈਠਿਆ ਰਿਹਾ ਤੇ ਜਿਹਨੂੰ ਚੁਣਿਆ ਗਿਆ ਸੀਗਾ ਵੀ ਬਾਈ ਤੂੰ ਦੁੱਧ ਲੈ ਕੇ ਆਣਾ ਹੈ। ਹੁਣ ਇਹ ਭਰਾਏ ਸਾਡੇ ਇਹ ਪਿੰਡਾਂ ਦੇ ਵਿੱਚ ਦੁੱਧ ਇਕੱਠਾ ਕਰਦੇ ਸੀਗੇ ਹਰਿਆਣੇ ਤੋਂ ਸਾਡੇ ਉੱਥੋਂ ਅੰਬਾਲੇ ਤੋਂ ਲਗਭਗ 6 ਤੋਂ 8 ਕੁਇੰਟਲ ਦੁੱਧ 29 ਨਵੰਬਰ ਤੋਂ ਲੈ ਕੇ ਅੱਜ ਤੱਕ, ਕੱਲ ਵੀ ਇਹ ਦੁੱਧ ਦੀ ਗੱਡੀ 'ਚ ਆਏ ਨੇ, ਉਹ ਅੱਜ ਵੀ ਆਉਂਦਾ ਹੈ। ਉਹ ਲੋਕੀ ਜਿਹੜੇ, ਤੇ ਸਭ ਤੋਂ ਵੱਡੀ ਗੱਲ ਜਿਹੜੀ ਹਰ ਕੋਈ ਕਹਿਣ ਦੇ ਵਿੱਚ ਨਾ ਕਿਤੇ ਗੁਰੇਜ਼ ਕਰ ਦਿੰਦਾ ਕਿ ਜਿਹੜੇ ਸਾਡੇ ਪਰਿਵਾਰ ਨੇ ਪਿੱਛੇ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਘਰ ਵਾਲੀਆਂ, ਉਹ ਕਹਿੰਦੀ ਸੀ ਕਿ ਵੀ ਨਹੀਂ ਤੁਸੀਂ ਮੋਰਚਾ ਲੜਨਾ, ਕਿਉਂਕਿ ਇਹ ਨਾ ਹੁਣ ਸਿੱਧ ਕਾਲੀ ਤੇ ਇੱਕੋ ਮਤਲਬ ਕਿ ਇਤਿਹਾਸ ਬਚਾਉਣ ਵਾਲੀ ਕਿ ਅਣਖ ਵਾਲੀ ਗੱਲ ਜਿਹੜੀ ਸੀਗੀ, ਮਤਲਬ ਕਿ ਇਤਿਹਾਸ ਨੂੰ ਪੁਰਾਤਨ ਇਤਿਹਾਸ, ਹਾਂ ਉਹ ਗੱਲ, ਉਹ ਨਾ ਬੀਬੀਆਂ ਦਾ ਜਿਹੜਾ ਰੋਲ ਹੈ ਨਾ, ਸਾਡੀਆਂ ਮਾਵਾਂ ਉੱਥੋਂ ਇੱਕ ਕੋਲ ਕਰ ਦਿੰਦੇ ਸੀਗੇ ਵੀ ਬੱਸ ਭਰ ਕੇ ਤੁਸੀਂ ਆਓ, ਉਹਨਾਂ ਨੇ ਉੱਧਰੋਂ ਆਉਣਾ ਹੈ। ਇਹ ਰਾਜਕੌਰ ਬੈਠੀ ਹੈ ਤਾਂ ਕੋਈ ਚੰਡੀਗੜ੍ਹ ਰਹਿੰਦੀ ਹੈ, ਇਹਦਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਹੈਗਾ ਖੇਤੀ ਦੇ ਨਾਲ। ਜੇ ਦੇਖਿਆ ਜਾਵੇ ਇਹਨੇ ਜੋਬ ਕਰਨੀ ਹੁੰਦੀ, ਤੇ ਚੰਡੀਗੜ੍ਹ ਦੇ ਉੱਪਰ ਜਿਹੜੇ ਮੋਰਚੇ ਤੇ ਖੜੇ ਹੁੰਦੇ ਸੀਗੇ ਉਹ ਬੈਕਬੋਨ ਸੀ। ਪਰ ਤੁਸੀਂ ਅੰਦੋਲਨ ਨਾ ਵੱਡੇ ਰੂਪ 'ਚ ਦੇਖੋ, ਜੇ ਆਪਾਂ ਟਿੱਕਰੀ ਮੋਰਚੇ ਦੀ ਗੱਲ ਕਰ ਦਈਏ, ਉਹ ਢਾਲ ਸੀਗਾ, ਤੇ ਜਿਹੜਾ ਸਿੰਘੂ ਮੋਰਚਾ ਸੀ ਉਹ ਕਿਰਪਾਨ ਸੀ, ਜਿਹੜਾ ਗਾਜੀਪੁਰ ਮੋਰਚਾ ਸੀ ਉਹ ਨੀਤੀਵੱਧ ਸੀਗਾ, ਜਿਹੜਾ ਸ਼ਾਹਜਹਾਂਪੁਰ ਮੋਰਚਾ ਸੀ ਉਹ ਬੈਕਅਪ ਸੀ। ਪਰ ਜਿਹੜੇ ਆਪਣੇ ਟੋਲ ਪਲਾਜ਼ਾ ਸੀ ਨਾ, ਉਹ ਬਾਰ ਜ਼ੋਨ ਦੀਆਂ, ਯੁੱਧ ਦੀਆਂ, ਉਹ ਛੋਨੀਆਂ ਸੀਗੇ ਵੀ ਆਪਾਂ ਇੱਕ ਫੋਨ ਕਰੀਏ ਵੀ ਉੱਥੇ ਫਲਾਣੀ ਜਗ੍ਹਾ ਗ੍ਰਿਫਤਾਰੀ ਹੋ ਗਈ ਤੇ ਤੁਸੀਂ ਰੋਡ ਜਾਮ ਕਰ ਦਿਓ, 5 ਮਿੰਟ ਦੇ ਵਿੱਚ ਸਾਰਾ ਇੰਡੀਆ ਜਾਮ ਹੋ ਜਾਂਦਾ ਸੀਗਾ। ਇਹ ਗੱਲ ਹੈ ਜਿਹੜੀ ਇਹ ਸਟ੍ਰੈਟਜੀ, ਇਹ ਚੀਜ਼ਾਂ ਜਿਹੜੀਆਂ ਅਸੀਂ ਸਿੱਖੀਆਂ। ਤੇ ਸੱਚੀ ਗੱਲ ਦੱਸੀ, ਹਾਲਾਂਕਿ ਇਹ ਸੋਚ ਕੇ ਨਹੀਂ ਸੀ ਕੀਤਾ ਗਿਆ, ਇਹ ਨਹੀਂ ਉਹੀ ਗੱਲ ਨਾ, ਚੁਣਿਆ ਗਿਆ ਸੀਗਾ। ਉਹ ਬਾਬੇ ਨਾਨਕ ਨੇ, ਉਹ ਪ੍ਰਮਾਤਮਾ ਨੇ, ਸੱਚੇ ਪਾਤਸ਼ਾਹ ਨੇ, ਪਵਿੱਤਰ ਅੰਦੋਲਨ ਹੈ ਇਸ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਬਹੁਤ ਜਿਹੀ ਵਾਰ ਕਿ ਡੀਮੋਰਲੇਟ ਕੀਤਾ ਜਾਂਦਾ ਸੀਗਾ। ਪਰ ਮੈਂ ਇੱਕ ਬੇਨਤੀ ਵੀ ਕਰਨਾ ਚਾਹਾਂਗਾ, ਖਾਸ ਕਰ ਪੰਜਾਬ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਕਿ ਪੰਜਾਬ ਨਾ ਜਿੱਥੇ ਕਿਤੇ ਨਸ਼ਿਆਂ ਤੋਂ ਪੀੜਿਤ ਹੈ ਨਾ, ਉੱਥੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੋਂ ਵੀ ਪੀੜਿਤ ਹੋ ਗਿਆ। ਉਹ ਆਪਦੀ ਆਈਡੀਓਲੋਜੀ ਨੂੰ ਸਮਝਦਾ ਨਹੀਂ। ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਉਸ ਇਨਫੋਰਮੇਸ਼ਨ ਦੇ ਰਾਹੀਂ, ਪਰ ਆਪਣੇ ਢੰਗ ਦੇ ਨਾਲ ਵੀ ਸੋਚਣਾ। ਕਿਸੇ ਨੇ ਇੱਕ ਬਹੁਤ ਜਿਹੇ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੇ ਨਾ ਹਜ਼ਾਰ ਲਾਈਕ ਆਉਂਦੇ ਨੇ, ਮਤਲਬ ਕਿ ਲੱਖਾਂ ਕਰੋੜਾਂ ਉਹਨਾਂ ਦਾ ਵਿਊ ਹੋ ਜਾਂਦਾ ਹੈ, ਪਰ ਉਹਨਾਂ ਦੇ ਪਿੱਛੇ ਉਹਨੂੰ ਜੇ ਕਹੋ ਤੁਸੀਂ ਘਰ ਤੋਂ ਤੁਰੋ ਨਾ, 15 ਬੰਦੇ ਉਹਨਾਂ ਦੇ ਪਿੱਛੇ ਨਹੀਂ ਤੁਰਦੇ, ਕਿਉਂਕਿ ਗਰਾਊਂਡ ਤੇ ਕੁਝ ਨਹੀਂ। ਪਰ ਹਜੇ ਲੜਾਈ ਸ਼ੁਰੂ ਹੋਈ ਹੈ, ਹਜੇ ਇਕੱਲੇ ਕਿਸਾਨੀ ਹੱਕਾਂ ਦੇ ਨਹੀਂ, ਹਜੇ ਨੌਜਵਾਨਾਂ ਦੇ ਹੱਕਾਂ ਦੀ ਵੀ ਲੜਾਈ ਸ਼ੁਰੂ ਹੋਣੀ ਹੈ। ਹਜੇ ਬਹੁਤ ਜਿਹੀਆਂ ਲੜਾਈਆਂ ਨੇ ਜਿਹੜੀਆਂ ਸੀ ਪੈਕ ਦੇ ਰਸਤੇ ਖੋਲ੍ਹੇ ਜਾ ਰਹੇ ਨੇ। ਜਿਹੜੇ ਬਾਹਰਲਾ ਵਪਾਰ ਹੈ, ਹੁਣ ਪਿੰਡ ਦੀ ਮਤਲਬ ਕਿ ਇੱਕ ਬੇਬੇ ਨੂੰ ਵੀ ਪਤਾ, ਉਹਨੂੰ WTO ਲਿਖਣਾ ਨਹੀਂ ਆਉਂਦਾ, ਉਹਨੂੰ ਇਹ ਪਤਾ ਕਿ WTO ਕੋਈ ਹੈਗੀ ਆ, ਕਿ ਹਾਂ ਵੀ WHO ਵੀ ਹੈਗਾ, ਕਿ UN ਹੈਗਾ,
ਉਹਨਾਂ ਨੂੰ ਇਹ ਚੀਜ਼ਾਂ ਬਾਰੇ ਮਤਲਬ ਕਿ ਵਰਲਡ ਦੀ ਆਰਗੇਨਾਈਜੇਸ਼ਨਾਂ ਬਾਰੇ ਇਸ ਅੰਦੋਲਨ ਨੇ ਬਹੁਤ ਗਿਆਨ ਵੰਡਿਆ। ਬਹੁਤ ਗਿਆਨ ਵੰਡਿਆ, ਬਹੁਤ ਜ਼ਿਆਦਾ। ਇਹਦੇ 'ਚ ਇਹ ਵੀ ਕੋਈ ਦੁਆਰਾ ਨਹੀਂ ਹੋਊਗੀ ਜਿਹੜੀ ਅੰਬੇਡਕਰ ਲਾਇਬ੍ਰੇਰੀ ਬਣੀ ਸੀਗੀ, ਸਾਂਝੀ ਸੱਥ ਪਿੱਛੇ ਵਿਹੜਾ ਬਣਿਆ, ਜਿੰਨੇ ਲੋਕੀ ਅਖਬਾਰ ਵੰਡਦੇ ਸੀਗੇ, ਟਰੈਲੀ ਟਾਈਮਸ ਅਖਬਾਰ ਕੱਢਿਆ, ਕਿੰਨੀ ਵੱਡੀ ਪ੍ਰਾਪਤੀ ਸੀਗੀ ਉਹ। ਬਲਕਿ ਉਹੀ ਸਰਦਾਰ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਹਰ ਦੀ ਥਿਊਰੀ ਤੇ ਜਿਨ੍ਹਾਂ ਨੂੰ ਚੱਲਿਆ, ਤੇ ਲੋਕਾਂ ਨੂੰ ਇਹ ਵੀ ਪਤਾ ਚੱਲਿਆ ਕਿ ਵੀ ਹਾਂ ਵੀ ਕਿਹੜੀ ਆਈਡੀਓਲੋਜੀ ਦੇ ਲੋਕ ਨੇ ਵੀ ਜਿਹੜੇ ਵਿਚਰਦੇ ਨੇ, ਨਾਲ ਰਹਿੰਦੇ ਨੇ। ਲੋਕਾਂ ਨੂੰ ਸੰਘ ਬਾਰੇ ਪਤਾ ਚੱਲਿਆ। ਅਸੀਂ ਆਪਦੀਆਂ ਮਾਂ ਭਰਜਾਈ ਦਾ ਦੁੱਖ ਵੰਡਾਇਆ ਤੇ ਘਟਦਾ ਜਦੋਂ ਤੁਸੀਂ ਕਿਸੇ ਦਾ ਦੁੱਖ ਵੰਡਾਉਂਦੇ ਆ। ਤੇ ਬਾਕੀ ਰਹੀ ਕਿਸੇ ਨੇ ਇੱਕ ਸਵਾਲ ਕੀਤਾ ਸੀ ਮੈਨੂੰ, ਕਹਿੰਦੇ ਰਾਜ ਤੁਸੀਂ ਅੰਦੋਲਨ ਚੋਂ ਕੀ ਖੱਟਿਆ? ਮੈਂ ਕਿਹਾ ਪਹਿਲੀ ਗੱਲ ਤਾਂ ਅਸੀਂ ਅੰਦੋਲਨ 'ਚ ਖੱਟਣ ਨਹੀਂ ਸੀ ਆਏ, ਦੂਜੀ ਗੱਲ ਇਹ ਅਸੀਂ ਅੰਦੋਲਨ 'ਚ ਇਹ ਖੱਟਿਆ ਜਿਹੜਾ ਕੋਈ ਖੱਟ ਨਹੀਂ ਸਕਦਾ, ਇਹਨਾਂ ਬਜ਼ੁਰਗਾਂ ਦਾ ਪਿਆਰ, ਇਹਨਾਂ ਭਰਾਵਾਂ ਭੈਣਾਂ ਦਾ ਪਿਆਰ, ਕਿਉਂਕਿ ਕਿਤੇ ਨਾ ਕਿਤੇ ਸਾਡੇ ਖੂਨ ਸਫੈਦ ਹੋਣ ਲੱਗ ਗਏ ਸੀ, ਪਿਆਰ ਘਟ ਗਿਆ ਸੀ। ਇਹ ਅੰਦੋਲਨ ਹੋਣਾ ਬਹੁਤ ਜ਼ਰੂਰੀ ਸੀ। ਚੰਡੀਗੜ੍ਹ ਵਾਲੇ ਤਾਂ ਪੱਥਰ ਦਿਲ ਹੋ ਗਏ ਸੀ। ਬਿਲਕੁਲ, ਲੋਕ ਇਹ ਸਾਨੂੰ ਪੱਥਰਾਂ ਦਾ ਸ਼ਹਿਰ ਕਹਿੰਦੇ ਸੀ, ਪਰ ਮੈਂ ਇਹ ਗੱਲ ਕਹਿੰਦੀ ਆ ਵੀ ਉਹ ਪੱਥਰ ਵੀ ਬੋਲਣ ਲਾਤੇ ਇਸ ਅੰਦੋਲਨ ਨੇ। ਕਿਉਂਕਿ ਲੋਕ ਦੇਖੋ, ਤੁਸੀਂ ਦੇਖਿਆ 2-2 ਘੰਟੇ ਆ ਕੇ ਘਰਾਂ ਚੋਂ ਬਾਹਰ ਸੜਕਾਂ ਦੇ ਉੱਤੇ, ਲਾਈਟਾਂ ਦੇ ਉੱਤੇ ਖੜਦੇ ਸੀ। ਉਸ ਸ਼ਹਿਰ ਨੇ ਵੀ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ। ਬਾਕੀ ਮੈਨੂੰ ਜਿਵੇਂ ਕਹਿ ਦਿੰਦੇ ਕਿ ਜ਼ਮੀਨ ਨਹੀਂ, ਮੈਂ ਹਜੇ ਵੀ ਕਹਿੰਦੀ ਆ ਅਸੀਂ ਖੇਤੀ ਖੁਦ ਕਰਦੇ ਆ। ਮੈਂ ਇੱਕ ਸਿੱਖ ਪਰਿਵਾਰ ਦੀ, ਜੱਟ ਪਰਿਵਾਰ ਦੀ ਧੀ ਆ, ਪੰਜਾਬ ਤੋਂ ਆ ਤੇ ਸਹੁਰੇ ਮੇਰੇ ਹਰਿਆਣੇ 'ਚ, ਖੁਦ ਖੇਤੀਆਂ ਕਰਨ ਵਾਲੇ ਆ। ਤੇ ਮਤਲਬ ਇਸ ਅੰਦੋਲਨ ਦੇ ਵਿੱਚ ਮੈਨੂੰ ਇਹ ਲੱਗਦਾ ਕਈ ਲੋਕ ਐਂ ਕਹਿੰਦੇ ਸੀ, ਲੈ ਤੁਸੀਂ ਐਵੇਂ ਹੀ ਫਿਰਦੇ ਹੋ, ਤੁਸੀਂ ਐਵੇਂ ਫਿਰਦੇ ਹੋ, ਇਸ ਮੰਨੂਗੇ ਨਹੀਂ। ਮੈਂ ਕਿਹਾ ਕੋਈ ਗੱਲ ਨਹੀਂ, ਉਹਨੇ ਵੀ 2% ਸੋਚ ਕੇ ਹੱਥ ਪਾਇਆ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜੀ ਇਹ ਸਿੱਖ ਕੌਮ ਹੈ, ਜਿਹੜੀ 2% ਹੈ, 1% ਆ, ਇਹਨਾਂ ਨੇ ਆਪਦੇ ਟਾਈਮ ਦੇ ਵਿੱਚ ਰਾਜਿਆਂ ਨੂੰ ਕਿਵੇਂ ਭਾਜੜਾਂ ਪਾਈਆਂ ਸੀ। ਇੱਥੇ ਤਾਂ ਔਰੰਗਜ਼ੇਬ ਨਹੀਂ ਬਖਸ਼ਿਆ ਗਿਆ ਸੀ, ਤਾਂ ਇਹ ਕਿਹੜੇ ਉਹ ਸੀਗੇ। ਸਾਡੇ ਗੁਰੂ ਨੇ ਤਾਂ ਕਲਮ ਨਾਲ ਹੀ ਮਾਰਤਾ। ਬਿਲਕੁਲ ਕਲਮ ਨਾਲ ਹੀ ਮਾਰਿਆ, ਤੇ ਹੁਣ ਅਸੀਂ ਸਬਰ ਨਾਲ ਮਾਰਿਆ। ਸਾਡੀ ਲੜਾਈ ਸਬਰ ਦੀ ਜ਼ਬਰ ਨਾਲ ਸੀ। ਇਹ ਸਬਰ ਦੀ ਜਿੱਤ ਹੋਈ ਆ ਜਿਹੜੀ ਹੋਈ ਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼ਾਂਤਮਈ ਅੰਦੋਲਨ ਚੱਲਿਆ। ਔਰ ਸਭ ਤੋਂ ਚੀਜ਼ ਤੁਸੀਂ ਇਹ ਦੇਖੋ ਕਿ ਇਸ ਅੰਦੋਲਨ ਦੇ ਵਿੱਚ ਕਿਸੇ ਨੇ ਐਂ ਕਰਕੇ ਕਿਸੇ ਤੋਂ ਮੰਗਿਆ ਨਹੀਂ। ਜਿਵੇਂ ਖਾਲਸਾ ਐਡ ਨੇ ਇੰਨਾ ਜ਼ਿਆਦਾ ਵਰਕ ਕੀਤਾ, ਯੂਨਾਈਟਿਡ ਸਿੱਖ ਨੇ ਇੰਨਾ ਜ਼ਿਆਦਾ ਕੰਮ ਕੀਤਾ, ਮੀਡੀਆ ਨੂੰ ਕਿਸੇ ਨੇ ਸੱਦਿਆ ਨਹੀਂ ਸੀ। ਹਰ ਪੰਜਾਬੀ ਮੀਡੀਆ, ਗੋਦੀ ਮੀਡੀਆ ਵਿਕ ਚੁੱਕਿਆ ਸੀ, ਸਾਡਾ ਅੰਦੋਲਨ ਨਹੀਂ ਦਿਖਾਇਆ। ਪਰ ਤੁਹਾਡੇ ਵਰਗੇ ਮੀਡੀਆ ਜਿਨ੍ਹਾਂ ਨੇ ਕਿ ਇਸ ਅੰਦੋਲਨ ਨੂੰ ਪੂਰਾ ਵਰਲਡ ਦੇ ਵਿੱਚ ਦਿਖਾਇਆ। ਸਰਕਾਰਾਂ ਨੇ ਕੋਸ਼ਿਸ਼ ਕੀਤੀ ਕਿ ਸਾਡਾ ਜਿਹੜਾ ਨੈਗੇਟਿਵ ਦਿਖਾਉਂਦੇ ਸੀ ਹਮੇਸ਼ਾ ਗੋਦੀ ਮੀਡੀਆ, ਬਟ ਤੁਹਾਡੇ ਮੀਡੀਆ ਦੇ ਰਾਹੀਂ ਸਾਡਾ ਇਹ ਅੰਦੋਲਨ ਆ ਜਿਹੜਾ ਪੋਜ਼ਿਟਿਵ ਲੋਕਾਂ ਕੋਲੇ ਪਾੜ ਜਾਂਦੇ ਰਹੇ ਨੇ, ਤੇ ਲੋਕ ਸਬਰ ਨਾਲ ਘਰੇ ਬੈਠੇ ਰਹੇ ਨੇ। ਬਹੁਤ ਸਾਨੂੰ ਫੋਨ ਆਉਂਦੇ ਆ ਫਰੈਂਡਸ ਦੇ, ਜਾਣੀ ਕਿ ਅੱਜ ਵੀ ਸਵੇਰ ਦੀਆਂ ਵੀਡੀਓ ਕਾਲਸ ਆ ਰਹੀਆਂ ਕਿ ਹੁਣ ਕੀ ਮਾਹੌਲ ਹੈ। ਮੈਂ ਕਿਹਾ ਹੁਣ ਉਹ ਮਾਹੌਲ ਆ ਕਿ ਮੁੰਡੇ ਦਾ ਵਿਆਹ ਰੱਖਿਆ ਸੀ ਤੇ ਕੁੜੀ ਦੀ ਵਿਦਾਈ ਹੋ ਰਹੀ। ਮੈਂ ਕਿਹਾ ਹੁਣ ਸਾਡੀ ਇਸ ਅੰਦੋਲਨ ਦੀ ਵਿਦਾਈ ਹੋ ਰਹੀ। ਆਖਰੀ ਪਲਾਂ ਤੇ ਹੈ ਤਾਂ ਸਾਰੇ ਜਿਹੜਾ ਆ ਕੜੀ ਮਿਲ ਕੇ ਬੈਠਣਾ ਜ਼ਰੂਰ ਚਾਹੁੰਦੇ ਨੇ। ਬਿਲਕੁਲ ਬਿਲਕੁਲ। ਔਰ ਅੱਜ ਮੈਂ ਅਮਨਵੀਰ ਨੂੰ ਇਹਨਾਂ ਨੂੰ ਪਹਿਲੀ ਵਾਰ ਮਿਲੀ ਆ ਵੀਰ ਦੀਆਂ, ਤੇ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ, ਬੜਾ ਵਧੀਆ ਲੱਗਿਆ। ਮਤਲਬ ਇਦਾਂ ਦੀਆਂ ਰੂਹਾਂ ਨੇ ਜਿਹੜੀਆਂ ਸਾਡੇ 'ਚ ਇਦਾਂ ਵਧੀਆ ਪਿੱਛੇ ਰਹਿ ਕੇ ਕੰਮ ਕੀਤਾ। ਸਾਡੇ ਵਰਗੇ ਮੀਡੀਆ ਤੇ ਵੀ ਬੋਲੇ, ਸਟੇਜ ਤੇ ਵੀ ਬੋਲੇ, ਹੈ ਨਾ, ਪਰ ਇਹ ਉਹ ਨੇ ਜਿਨ੍ਹਾਂ ਨੇ ਕਦੀ ਮਤਲਬ ਬੋਲਿਆ ਨਹੀਂ। ਔਰ ਇੱਕ ਗੱਲ ਉਹਨਾਂ ਦੀ ਨਾ ਮੈਨੂੰ ਬੜੀ ਵਧੀਆ ਲੱਗੀ ਕਿ ਟਰਾਂਸਪੇਰੈਂਸੀ, ਪਾਰਦਰਸ਼ਤਾ ਜਿਹੜੀ ਆ, ਕਿ ਹਾਂ ਵਾਕਿਆ ਇਸ ਅੰਦੋਲਨ ਦੇ ਵਿੱਚ ਜੋ ਖਰਚਾ, ਜੋ ਵੀ ਕੁਝ ਹੋਇਆ, ਉਹਦਾ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਸੱਚ ਹੈ ਇਹ ਗੱਲ ਬਿਲਕੁਲ ਉਹਨਾਂ ਦੀ। ਮੈਂ ਅਮਨਵੀਰ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਜ਼ਰੂਰ ਕਰਨਾ ਚਾਹੀਦਾ ਹਰ ਜਿਸ ਵੀ ਇੱਥੇ ਜਿਵੇਂ ਯੂਨਾਈਟਿਡ ਸਿੱਖ ਨੇ ਜਾਂ ਖਾਲਸਾ ਕੋਈ ਵੀ, ਕਿ ਆਪਦਾ ਲੋਕਾਂ ਨੂੰ ਦਿਖਾਓ ਤਾਂ ਜੋ ਅੱਗੇ ਤੋਂ ਕੋਈ ਵੀ ਅੰਦੋਲਨ ਚੱਲੇ ਤਾਂ ਜਿਹੜੇ ਲੋਕ ਸੇਵਾ ਪਾਉਂਦੇ ਨੇ ਉਹਨਾਂ ਦਾ ਵਿਸ਼ਵਾਸ ਨਾ ਟੁੱਟੇ, ਬਲਕਿ ਵਿਸ਼ਵਾਸ ਵਧੇ ਉਹਨਾਂ ਦਾ ਹੋਰ ਜ਼ਿਆਦਾ। ਸੋ ਇਹ ਸਾਰੇ ਮਿਲ ਕੇ ਬੈਠੇ ਹੋਏ ਨੇ, ਅੰਦੋਲਨ ਦੀ ਜਿਹੜੀ ਜਾਨ, ਜਿੰਦ ਜਾਨ ਰਹੇ ਨੇ, ਕਿਉਂਕਿ ਬਹੁਤ ਵੱਡੀ ਸ਼ਮੂਲੀਅਤ ਇਹਨਾਂ ਦੀ ਅੰਦੋਲਨ ਦੇ ਵਿੱਚ ਰਹੀ ਹੈ। ਤੁਹਾਨੂੰ ਹੋਰ ਵੀ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਆ ਜਿਨ੍ਹਾਂ ਨੇ ਅੰਦੋਲਨ ਦੇ ਵਿੱਚ ਬਹੁਤ ਵੱਡੀ ਹਿੱਸੇਦਾਰੀ, ਬਹੁਤ ਵੱਡੀ ਭਾਗੀਦਾਰੀ ਪਾਈ ਹੈ ਤੇ ਇਸ ਅੰਦੋਲਨ ਨੂੰ ਕਾਮਯਾਬ ਕੀਤਾ ਹੈ।